मैं गल क्लीयर कर देवां, कोई ग्रुप नहीं है। मैं कदी असली गल है ना कदी नवजोत ने ग्रुप बनाया, ना कदी मैं ग्रुप बनाया। बेसिकली नवजोत दोस्त हैगा मेरा, बट जो ਉਹਦੀ मन की गल हुंदी ਉਹ करदा, ਜਿਹੜੀ मेरे मन की गल हुंदी मैं करदा। जे किते ਉਹ किते गलत ਹੁੰਦਾ ਤਾਂ मैं ਉਹਨੂੰ भी कह लेना भी नवजोत यार आ गलती हैगी है। जिस तरीके ਨਾਲ ਤੁਸੀਂ ਆਵਾਜ਼ ਉਠਾ ਰਹੇ ਸੀ, ਆਵਾਜ਼ ਉਠਾਉਂਦੇ ਜੋ ਉਸੇ ਤਰੀਕੇ ਨਾਲ ਨਵਜੋਤ ਸਿੱਧੂ ਵੀ ਆਵਾਜ਼ ਅੱਜ ਦੀ ਤਰੀਕ ਦੇ ਵਿੱਚ ਵੀ ਉਠਾ ਰਿਹਾ, ਤਾਂ ਤੁਸੀਂ ਕੀ ਸਮਝਦੇ ਹਾਈ ਕਮਾਂਡ ਉਹਨਾਂ ਦੇ ਅਗੇਂਸਟ ਜਾਂ ਤੁਹਾਡੇ ਅਗੇਂਸਟ ਅਗਰ ਕੋਈ ਫੈਸਲਾ ਲੈਂਦੀ ਆ ਤਾਂ ਫਿਰ ਤੁਹਾਡਾ ਜਾਂ ਨਵਜੋਤ ਸਿੱਧੂ ਦਾ ਕੀ ਸਟੈਂਡ ਹੋਵੇਗਾ? ਜੀ ਉਹਨਾਂ ਨੇ ਫੈਸਲਾ ਲੈਣਾ, ਸਟੈਂਡ ਤਾਂ ਉਹਨਾਂ ਦਾ, ਸਾਡਾ ਕਾਹਦਾ ਸਟੈਂਡ ਹੈ। ਮੈਂ ਤਾਂ ਹਮੇਸ਼ਾ ਗੱਲ ਕਰਦਾ ਹੁੰਦਾ, ਅਸੀਂ ਕਦੀ ਕਾਂਗਰਸੀ ਬਣ ਕੇ ਜੀਣ ਲੱਗ ਪੈਂਦੇ ਹਾਂ, ਕਦੀ ਅਸੀਂ ਅਕਾਲੀ ਬਣ ਕੇ ਜੀਣ ਲੱਗ ਪੈਂਦੇ ਹਾਂ, ਕਦੀ ਅਸੀਂ ਪੰਜਾਬੀ ਬਣ ਕੇ ਵੀ ਜੀ ਕੇ ਦੇਖੀਏ। ਇਹ ਤਾਂ ਹੁਣ ਉਹਨਾਂ ਤੇ ਡਿਪੈਂਡ ਕਰਦਾ ਵੀ ਉਹ ਕੀ ਬਿਹੇਵ ਸਾਡੇ ਨਾਲ ਕਰਦੇ ਆ। ਜਿੱਦਾਂ ਦਾ ਬਿਹੇਵ ਕਰਨਗੇ ਅਸੀਂ ਉਹੋ ਜਿਹਾ ਬਿਹੇਵ ਕਰ ਲਾਂਗੇ। ਅਗਰ ਹੋ ਜਾਂਦੀ ਇਸ ਤਰ੍ਹਾਂ ਦੀ ਗੱਲਬਾਤ ਕਿ ਪਾਰਟੀ ਕਿਨਾਰਾ ਕਰ ਦਿੰਦੀ, ਸਾਫ਼ ਸਪਸ਼ਟ ਸ਼ਬਦਾਂ 'ਚ ਕਹਾਂ, ਤਾਂ ਫਿਰ ਕੀ ਆਪਾਂ ਫਿਰ ਆਪਣਾ ਰਸਤਾ ਕੀ ਵੇਖੋ, ਸ਼੍ਰੋਮਣੀ ਅਕਾਲੀ ਦਲ ਵੱਲ ਤੁਸੀਂ ਜਾਣਾ ਨਹੀਂ, ਕਾਂਗਰਸ ਪਾਰਟੀ ਦਾ ਤੁਸੀਂ ਰਹਿ ਕੇ ਆਵਾਜ਼ ਉਠਾ ਲਈ, ਤਾਂ ਫਿਰ ਤੁਸੀਂ ਕੀ ਸਮਝਦੇ ਕਿ ਪੰਜਾਬੀ ਬਣ ਕੇ ਕਿਹੜੀ ਪਾਰਟੀ ਪੰਜਾਬ ਦਾ ਭਲਾ ਕਰ ਸਕਦੀ ਹੈ? ਕੀ ਕੋਈ ਆਪਣੀ ਪਾਰਟੀ ਬਣਾਵਾਂਗੇ ਜਾਂ ਕਿਸੇ ਵਿੱਚ ਐਂਟਰ ਕਰਾਂਗੇ? ਉਹ ਪਾਰਟੀਆਂ ਪ੍ਰੋਫੈਸਰ ਸਾਹਿਬ ਬਣਾਉਣੀਆਂ ਹੈ ਤਾਂ ਬਹੁਤ ਔਖੀ ਜੀ, ਬਟ ਐਟ ਦਾ ਸੇਮ ਟਾਈਮ ਪੰਜਾਬ 'ਚ ਗੇੜਾ ਮਾਰ ਲਾਂਗੇ ਜੋ ਪੰਜਾਬ ਚਾਹੂਗਾ। ਸਰਦਾਰ ਪ੍ਰਤਾਪ ਸਿੰਘ ਕੈਰੋਂ ਵੀ ਪਹਿਲਾਂ ਅਕਾਲੀ ਦਲ 'ਚ, ਸਰਦਾਰ ਮਨਮੋਹਨ ਸਿੰਘ ਬੇਸਿਕਲੀ ਬੇਸਿਕ ਮੈਂਬਰ ਵੀ ਨਹੀਂ ਹੁੰਦੇ ਸੀ। ਤੇ ਜਿਹੜਾ ਨੰਬਰ ਆਫ ਈਵਨ ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸ ਦੇ ਪ੍ਰੈਜ਼ੀਡੈਂਟ ਬਣੇ, ਉਹਨਾਂ ਨੂੰ ਹਾਰਡਲੀ 3 ਮਹੀਨੇ ਹੋਏ ਸੀਗੇ। ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇਹਨਾਂ ਦੋਵਾਂ ਮੁੱਦਿਆਂ ਨੂੰ ਬੜੀ ਤੇਜ਼ੀ ਨਾਲ ਪਿਕਅਪ ਕੀਤਾ ਤੇ ਮਿੰਟੋ ਮਿੰਟੀ ਮਤਲਬ ਆਪਾਂ ਕਹਿ ਸਕਦੇ ਦਾ ਪੱਤਾ ਜਿਹੜਾ ਉਹ ਸੁੱਟ ਦਿੱਤਾ ਕਿ ਕਾਰਜਕਾਰੀ ਪ੍ਰਧਾਨ ਜਿਹੜਾ ਹਿੰਦੂ ਹੋਣਾ ਚਾਹੀਦਾ, ਟਕਸਾਲੀ ਹੋਣਾ ਚਾਹੀਦਾ। ਸੋ ਇਹੋ ਜਿਹੇ ਜਿਹੜੇ ਦੋ ਸ਼ਬਦ ਨੇ, ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਪਾਰਟੀ ਕੇਵਲ ਚਲੋ ਆਪਾਂ ਸਿੱਧਾ ਹੀ ਨਾਂ ਲੈਣਾ ਕਿ ਜਿਹੜੀ ਕਾਂਗਰਸ ਪਾਰਟੀ ਦੇ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਨੇ, ਉਹ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਉਹੋ ਜਿਹੇ ਮੁੱਦੇ ਨਹੀਂ ਖੇਡ ਰਹੇ ਜਿਹੜੇ 1982 'ਚ ਦਰਬਾਰਾ ਸਿੰਘ ਔਰ ਗਿਆਨੀ ਜੈਲ ਸਿੰਘ ਦੇ ਵਿਚਕਾਰ ਖੇਡੇ ਗਏ ਸਨ। ਹਿੰਦੂ ਵਰਗ ਦੀ ਗੱਲ ਕਰਨੀ, ਹਿੰਦੂ ਪ੍ਰਧਾਨ ਦੀ ਗੱਲ ਕਰਨੀ, ਟਕਸਾਲੀ ਦੀ ਗੱਲ ਕਰਨੀ। ਜਿਸ ਤਰੀਕੇ ਨਾਲ ਪੰਜਾਬ ਦੀ ਕਾਂਗਰਸ ਦੀ ਅੱਜ ਸਥਿਤੀ ਹੈਗੀ, ਤੁਸੀਂ ਕੈਪਟਨ ਸਰਕਾਰ ਨੂੰ ਕਿੰਨੇ ਨੰਬਰ ਦਿੰਦੇ ਜੇ? ਨੰਬਰ 1। ਤੇ ਇਸ ਸਵਾਲ ਦਾ ਦੂਜਾ ਪੋਰਸ਼ਨ ਇਹ ਹੈ ਕਿ ਜੇਕਰ ਅੱਜ ਇਲੈਕਸ਼ਨ ਹੁੰਦੀ ਹੈ ਤਾਂ ਕਾਂਗਰਸ ਪਾਰਟੀ ਦੀ ਕੀ ਸਥਿਤੀ? ਰੋਜ਼ਾਨਾ ਲੋਕਨਾਥ ਟੀਵੀ ਉੱਤੇ ਅੱਜ ਮੈਂ ਜਿਸ ਸ਼ਖਸੀਅਤ ਨੂੰ ਆਪ ਦੇ ਰੂਬਰੂ ਕਰ ਰਿਹਾ ਹਾਂ, ਉਹ ਵਿਸ਼ੇਸ਼ ਜਾਣਕਾਰੀ ਦੇ ਮੁਹਤਾਜ ਨਹੀਂ ਹਨ। ਭਾਰਤੀ ਹਾਕੀ ਟੀਮ ਦੇ ਉਹ 2 ਵਾਰੀ ਓਲੰਪਿਕ ਦੇ ਵਿੱਚ ਅਗਵਾਈ ਕਰ ਚੁੱਕੇ ਹਨ। ਬੇਦਾਗ, ਨਿਡਰ ਅਤੇ ਆਪਣੀ ਗੱਲ ਸਾਫ਼ ਸਪਸ਼ਟ ਸ਼ਬਦਾਂ ਵਿੱਚ ਕਹਿਣ ਵਾਲੇ ਸਰਦਾਰ ਪ੍ਰਗਟ ਸਿੰਘ ਜੀ ਅੱਜ ਮੇਰੇ ਨਾਲ ਹਨ। 2 ਵਾਰ MLA ਰਹਿ ਚੁੱਕੇ ਨੇ। ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਤੋਂ MLA ਰਹੇ ਅਤੇ ਮੌਜੂਦਾ ਸਮੇਂ ਵਿੱਚ ਉਹ ਕਾਂਗਰਸ ਤੋਂ MLA ਹਨ ਅਤੇ ਜਲੰਧਰ ਕੇਂਦਰ ਤੋਂ ਕਾਂਗਰਸ ਪਾਰਟੀ ਦੀ ਅਗਵਾਈ ਕਰ ਰਹੇ ਹਨ। ਬੀਤੇ ਸਮੇਂ ਵਿੱਚ ਪ੍ਰਗਟ ਸਿੰਘ ਹੋਣਾ ਵੱਲੋਂ ਸਮੇਂ-ਸਮੇਂ ਤੇ ਪੰਜਾਬ ਦੇ ਮੁੱਖ ਮੰਤਰੀ ਜੋ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਹਨ, ਉਹਨਾਂ ਨੂੰ ਲੋਕ ਹਿੱਤਾਂ, ਲੋਕ ਮੁੱਦਿਆਂ ਦੇ ਸੰਬੰਧੀ ਚਿੱਠੀਆਂ ਲਿਖ ਕੇ ਜਾਣੂ ਕਰਵਾਉਂਦੇ ਰਹੇ ਹਨ। ਪਰ ਇਹ ਪੰਜਾਬ ਦੀ ਤਰਾਸਦੀ ਕਹੀ ਜਾ ਸਕਦੀ ਹੈ ਕਿ ਉਹਨਾਂ ਦੀ ਆਵਾਜ਼ ਸ਼ਾਇਦ ਕਦੇ ਨਹੀਂ ਸੁਣੀ ਗਈ। ਤਾਂ ਫਿਰ ਇੱਕ ਸਮਾਂ ਅਜਿਹਾ ਆਇਆ ਜਦੋਂ ਸਰਦਾਰ ਪ੍ਰਗਟ ਸਿੰਘ ਜੀ ਨਿਡਰ ਹੋ ਕੇ ਬਾਹਰ ਆਏ ਅਤੇ ਆਪਣੀ ਆਵਾਜ਼ ਨੂੰ ਲੋਕਾਂ ਸਾਹਮਣੇ ਪ੍ਰਗਟਾਉਣ ਵਾਸਤੇ ਉਹਨਾਂ ਨੇ ਜਿੱਥੇ ਮੀਡੀਆ ਦਾ ਸਹਾਰਾ ਲਿਆ, ਉੱਥੇ ਨਾਲ ਹੀ ਆਪਣੀ ਆਵਾਜ਼ ਬੁਲੰਦ ਕਰਕੇ ਕਾਂਗਰਸ ਹਾਈ ਕਮਾਨ ਤੱਕ ਵੀ ਉਹਨਾਂ ਨੇ ਪਹੁੰਚ ਕੀਤੀ। ਸੋ ਅੱਜ ਉਹ ਨਾਮਵਰ ਸ਼ਖਸੀਅਤ ਮੇਰੇ ਨਾਲ ਹਨ। ਸਰਦਾਰ ਪ੍ਰਗਟ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਪ੍ਰੋਫੈਸਰ। ਸਤਿ ਸ਼੍ਰੀ ਅਕਾਲ ਜੀ। ਪ੍ਰਗਟ ਸਿੰਘ, ਸਭ ਤੋਂ ਮੇਰਾ ਪਹਿਲਾ ਸਿੱਧਾ ਸਵਾਲ ਤੁਹਾਨੂੰ ਮੈਂ ਇਹ ਪੁੱਛਾਂਗਾ ਕਿ ਪੰਜਾਬ ਦੇ ਵਿੱਚ ਜਿਹੜਾ ਇਸ ਸਮੇਂ ਕਾਂਗਰਸ ਦਾ ਜਿਹੜਾ ਕਾਟੋ ਕਲੀਚ ਚੱਲਦਾ ਪਿਆ ਹੈ, ਉਸ ਦੀ ਜ਼ਿੰਮੇਵਾਰੀ ਤੁਸੀਂ ਕਿਸ ਦੇ ਉੱਤੇ ਸੁੱਟਦੇ ਹੋ? ਨਹੀਂ ਦੇਖੋ, ਇਹਦੇ ਲਈ ਨਾ ਸਾਰਾ ਸਿਸਟਮ ਜ਼ਿੰਮੇਵਾਰ ਆ। ਸਾਡੇ ਸਾਰੇ ਅਸੀਂ ਵੀ ਵਿੱਚੇ ਹੀ ਆਉਂਦੇ ਆ। MLA ਵੀ ਜ਼ਿੰਮੇਵਾਰ ਹੈ, ਮਿਨਿਸਟਰਸ ਵੀ ਜ਼ਿੰਮੇਵਾਰ ਹੈ, ਬਿਊਰੋਕਰੈਟ ਵੀ ਜ਼ਿੰਮੇਵਾਰ ਹੈ, ਤੇ ਕਿਸੇ ਹੱਦ ਤੱਕ ਲੋਕ ਵੀ ਜ਼ਿੰਮੇਵਾਰ ਹੈ। ਅਸੀਂ ਬੰਦਿਆਂ ਨੂੰ ਵੱਡਾ ਹੀ ਇੰਨਾ ਦਿਖਾਲ ਦਈਦਾ ਵੀ ਸ਼ਾਇਦ ਸਾਨੂੰ ਐ ਲੱਗਣ ਲੱਗ ਪੈਂਦਾ ਵੀ ਉਹ ਕਿਤੇ ਡੈਮੀ ਗੋਡ ਆ। ਬੰਦਾ ਤਾਂ ਬੰਦਾ ਹੁੰਦਾ, ਉਹ ਸੁਪਰ ਹਿਊਮਨ ਬੀਇੰਗ ਤਾਂ ਹੁੰਦਾ ਨਹੀਂ ਹੈ। ਲੇਕਿਨ ਅਨਫੋਰਚੂਨੇਟਲੀ ਸਾਡੀਆਂ ਜਿਹੜੀਆਂ ਪੋਲੀਟੀਕਲ ਸਿਸਟਮ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਆ, ਉਹ ਮੁੱਕ ਗਈ ਅਕ੍ਰੋਸ ਦਾ ਪਾਰਟੀ ਲਾਈਨ। ਔਰ ਉਹਦਾ ਨਤੀਜਾ ਕੀ ਹੋਇਆ ਕਿ ਜਿਹੜੀ ਪਾਵਰ ਕੋਰੀਡੋਰ, ਉਹ ਕੁਛ ਕੁ ਬੰਦਿਆਂ ਦਾ ਉੱਥੇ ਜਮਾਵੜਾ ਇਕੱਠਾ ਹੋ ਜਾਂਦਾ। ਉਹ ਫਿਰ ਜਮਾਵੜਾ ਬੇਸਿਕਲੀ ਜੋ ਆਪਣੇ ਹਿਸਾਬ ਨਾਲ ਉਹਨਾਂ ਨੂੰ ਸੂਟ ਕਰਦਾ, ਉਹਦੇ ਮੁਤਾਬਕ ਉਹ ਗੱਲ ਜਿਹੜੀ ਉੱਥੇ ਪਹੁੰਚਣ ਦਿੰਦੇ ਆ ਤੇ ਉਹਦੀ ਐਗਜ਼ੀਕਿਊਸ਼ਨ ਹੁੰਦੀ ਆ। ਔਰ ਉਹ ਫਿਰ ਹੌਲੀ ਹੌਲੀ ਏਡਾ ਕੁ ਕਹਿ ਲਓ ਕਿ ਉਹ ਜਿਹੜਾ
ਥੋੜੀ ਪ੍ਰੋਬਲਮ ਹੁੰਦੀ ਉਹ ਏਡੀ ਵੱਡੀ ਸਮੱਸਿਆ ਹੋ ਜਾਂਦੀ ਆ ਵੀ ਉਹਦਾ ਫਿਰ ਹੱਲ ਲੱਭਣਾ ਕਿਸੇ ਲੇਟਰ ਸਟੇਜ ਤੇ ਔਖਾ ਹੋ ਜਾਂਦਾ। ਮੇਰੀ ਕਿਉਂਕਿ ਬੀਇੰਗ ਏ ਸਪੋਰਟਸਮੈਨ ਮੇਰੀ ਸ਼ੁਰੂ ਤੋਂ ਇਹ ਆਦਤ ਰਹੀ ਆ ਵੀ ਪਹਿਲਾਂ ਕਮਰੇ ਬੰਦ ਚ ਜਾ ਕੇ ਕਨਵੇ ਕਰਨਾ ਵੀ ਸਰ ਆਪਣੀ ਆਹ ਪ੍ਰੋਬਲਮ ਹੈਗੀ ਆ, ਆਪਾਂ ਕਿਹਾ ਵੀ ਹੈਗਾ ਇਹਦਾ ਆਪਾਂ ਨੂੰ। ਮੈਂ ਇਹ ਵੀ ਨਹੀਂ ਕਹਿੰਦਾ ਵੀ ਜਿਹੜੀਆਂ ਸੋਲਵ ਹੋਣ ਵਾਲੇ ਇਸ਼ੂਜ਼ ਨਹੀਂ ਹੈਗੇ ਉਹਨਾਂ ਤੇ ਮੈਂ ਡਿਸਕਸ ਕਰਾਂ। ਮੈਨੂੰ ਪਤਾ ਕਿਉਂਕਿ ਜਦੋਂ 8-10 ਸਾਲ ਐਡਮਿਨਿਸਟ੍ਰੇਸ਼ਨ ਚ ਲਾਏ ਆ, ਪੁਲਿਸ ਡਿਪਾਰਟਮੈਂਟ ਚ ਲਾਏ ਆ, ਤੇ ਆਈ ਨੋ ਦਾ ਵਰਕਿੰਗ ਕਿ ਹਾਂ ਵੀ ਐਕਚੁਅਲੀ ਗਵਰਨਮੈਂਟ ਦੀ ਵਰਕਿੰਗ ਕੀ ਹੁੰਦੀ ਆ ਤੇ ਉਹਦੇ ਵਿੱਚ ਸਿਸਟਮ ਨੂੰ ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ। ਪਰ ਉਹ ਜਦੋਂ ਫਿਰ ਹੌਲੀ ਹੌਲੀ ਨਹੀਂ ਸੁਣਦੇ ਫਿਰ ਮੈਂ ਕਈ ਵਾਰੀ ਚਿੱਠੀ ਚੁੱਠੀ ਵੀ ਲਿਖ ਦਿੰਦਾ ਹੁੰਦਾ। ਅੱਛਾ ਕਈ ਵਾਰੀ ਲਿਖ ਲਈ ਦੀ ਆ, ਉਹ ਵੀ ਉਹ ਬਹੁਤਾ ਨਹੀਂ ਹੁੰਦਾ ਤਾਂ ਫਿਰ ਮੈਂ ਪਬਲਿਕ ਪਲੇਟਫਾਰਮ ਵੀ ਯੂਜ਼ ਕਰ ਲੈਂਦਾ ਵੀ ਐਕਚੁਅਲ ਪ੍ਰੋਬਲਮ ਆ ਹੈਗੀ ਆ। ਕਿਉਂਕਿ ਜੇ ਫਿਰ ਇੱਦਾਂ ਵੀ ਨਹੀਂ ਸੁਣਦੇ ਇਹਦਾ ਮਤਲਬ ਵੀ ਸੁਣਨ ਦੀ ਜਾਂ ਤਾਂ ਮਨਸ਼ਾ ਨਹੀਂ ਹੈ ਤੇ ਜਾਂ ਫਿਰ ਕਿਤੇ ਹੋਰ ਸਮੱਸਿਆ ਹੈਗੀ। ਉਹ ਉਹੋ ਹੀ ਮੇਰਾ ਇਹਨਾਂ ਨਾਲ ਹੋਇਆ, ਉਹੋ ਹੀ ਬੇਸਿਕਲੀ ਤੁਸੀਂ ਇਹ ਵੀ ਕਹੋਗੇ ਵੀ ਪਿਛਲੀ ਸਰਕਾਰ ਦੇ ਵਿੱਚ ਵੀ ਹੋਇਆ ਸੀਗਾ। ਗੱਲ ਇਸ਼ੂਜ਼ ਦੀ ਆ, ਹੋਰ ਮੇਰੀ ਪਰਸਨਲ ਕਿਸੇ ਨਾਲ ਲੜਾਈ ਕਦੀ ਹੁੰਦੀ ਨਹੀਂ ਹੈ। ਜਿਹੜਾ ਠੀਕ ਹੈਗਾ, ਜੇ ਤੁਹਾਡੇ ਵਾਲੀ ਗੱਲ ਠੀਕ ਹੈ ਆਪਾਂ ਉਹ ਮੰਨ ਲਈਏ, ਜੇ ਮੇਰੇ ਵਾਲੀ ਗੱਲ ਠੀਕ ਉਹ ਮੰਨ ਲਈਏ, ਕਿਉਂਕਿ ਡੈਮੋਕ੍ਰੇਸੀ ਮੈਨੂੰ ਲੱਗਦਾ ਵੀ ਡਿਸਕਸ਼ਨ ਦੇ ਵਿੱਚੋਂ ਹੀ ਡੈਮੋਕ੍ਰੇਸੀ ਨਿਕਲਦੀ ਆ। ਤੋ ਉਹ ਜਿਹੜੀ ਪ੍ਰੋਬਲਮ ਹੈ ਉਹ ਹੈ ਜੀ। ਪ੍ਰਗਟ ਸਿੰਘ, ਜਦੋਂ 7 ਅਪ੍ਰੈਲ ਨੂੰ ਜਦੋਂ ਆਪਣੇ ਹਾਈ ਕੋਰਟ ਵੱਲੋਂ ਜਿਹੜੀ ਰਿਪੋਰਟ ਜਿਹੜੀ SIT ਦੀ ਰਿਪੋਰਟ ਰੱਦ ਕੀਤੀ ਗਈ, ਤਾਂ ਉਸ ਵਕਤ ਸਭ ਤੋਂ ਪਹਿਲਾਂ ਜਿਹੜੀ ਆਵਾਜ਼ ਆ ਨਵਜੋਤ ਸਿੱਧੂ ਵੱਲੋਂ ਉਠਾਈ ਗਈ, ਔਰ ਉਸ ਤੋਂ ਬਾਅਦ ਜੇ ਦੂਜਾ ਨਾਂ ਸੀ ਤਾਂ ਉਹ ਪ੍ਰਗਟ ਸਿੰਘ ਹੋਣਾ ਦਾ ਨਾਮ ਸੀ। ਤੇ ਤੁਹਾਡੇ ਮਗਰ ਇੱਕ ਮੰਤਰੀਆਂ ਦੀ, ਵਿਧਾਇਕਾਂ ਦੀ ਇੱਕ ਲੜੀ ਜਿਹੜੀ ਉਹ ਸ਼ੁਰੂ ਹੋ ਗਈ। ਜਿਹੜੀ ਗੱਲ ਤੁਸੀਂ ਕਹਿ ਰਹੇ ਜੀ ਚਿਹਰਿਆਂ ਤੇ ਆਧਾਰਿਤ ਰਾਜਨੀਤੀ ਦੇ ਖਿਲਾਫ ਆਪਾਂ ਕਹਿ ਸਕਦੇ ਹਾਂ ਕਿ ਕੁਝ ਲੋਕਾਂ ਨੇ ਵਿਰੋਧ ਕੀਤਾ। ਫਿਰ ਉਸ ਤੋਂ ਮਗਰੋਂ ਕਾਂਗਰਸ ਹਾਈ ਕਮਾਨ ਵੱਲੋਂ 3 ਮੈਂਬਰੀ ਖੜਗੇ ਕਮੇਟੀ ਜਿਹੜੀ ਸੀ ਉਹ ਗਠਿਤ ਕੀਤੀ ਗਈ, ਜਿੱਥੇ ਜਾ ਕੇ ਸਾਰਿਆਂ ਨੇ ਆਪਣੀ ਗੱਲਬਾਤ ਕੀਤੀ। ਔਰ ਕਾਂਗਰਸ ਹਾਈ ਕਮਾਨ ਵੱਲੋਂ ਸੂਤਰਾਂ ਤੋਂ ਅਨੁਸਾਰ ਜਾਂ ਜਿਸ ਤਰ੍ਹਾਂ ਕਿਹਾ ਗਿਆ ਕਿ ਤੁਸੀਂ ਜਾ ਕੇ ਮੀਡੀਆ ਨਾਲ ਗੱਲ ਨਹੀਂ ਕਰਨੀ। ਲੇਕਿਨ ਉਸ ਤੋਂ ਮਗਰੋਂ ਵੀ ਕੇਵਲ ਔਰ ਕੇਵਲ ਤੁਸੀਂ ਜਾਂ ਨਵਜੋਤ ਸਿੰਘ ਸਿੱਧੂ ਅਜਿਹੇ 2 ਵਿਅਕਤੀ ਸਨ ਜਿਹੜੇ ਆਣ ਕੇ ਵੀ ਲੋਕ ਮੁੱਦਿਆਂ ਦੀ ਗੱਲ ਕਰਦੇ ਰਹੇ। ਤੇ ਜਿਹੜਾ ਤੁਹਾਡੇ ਪਿੱਛੇ ਇੱਕ ਲੰਮਾ ਕਾਰਵਾ ਬਣਿਆ ਸੀ, ਉਹ ਕਾਰਵਾ ਠੁੱਸ ਹੋ ਗਿਆ। ਉਹ ਕਾਰਵਾ ਕਿੱਥੇ ਚੱਲ ਗਿਆ? ਉਹਨਾਂ ਦੀ ਕੀ ਮਜਬੂਰੀ ਆ? ਉਹ ਕਿਉਂ ਚੁੱਪ ਕਰ ਗਏ? ਤੇ ਤੁਸੀਂ ਅਗਰ ਬੋਲ ਰਹੇ ਜੇ ਲੋਕ ਮੁੱਦਿਆਂ ਦੀ, ਲੋਕ ਹਿੱਤਾਂ ਦੀ ਗੱਲ ਕਰਦੇ ਰਹੇ ਤਾਂ ਇਸ ਦਾ ਪਿੱਛੇ ਕੀ ਕਾਰਨ ਆ? ਕਿਉਂਕਿ ਇਹ ਕਾਰਨ ਜਿਹੜਾ ਆ, ਇਹ ਤੁਸੀਂ ਚਿਹਰਿਆਂ ਦੀ ਲੜਾਈ ਦੀ ਆਧਾਰਿਤ ਗੱਲ ਹੈ। ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਉਹ ਚਿਹਰਾ, ਕਾਂਗਰਸ ਪਾਰਟੀ ਨੇ ਉਹਨੂੰ ਚਿਹਰਾ ਬਣਾ ਲਿਆ, ਪਰ ਜਿਹੜੇ ਬਾਕੀ ਮੰਤਰੀ ਸੀ 80 ਦੇ ਵਿੱਚੋਂ 78 ਜਿਹੜੇ ਇੱਕ ਪਾਸੇ ਹੋ ਗਏ, ਔਰ 2 ਜਿਹੜੇ ਨੇ ਅੱਜ ਵੀ ਆਪਣੇ ਉਸੇ ਸਟੈਂਡ ਤੇ ਖੜੇ ਨੇ, ਜਿਹੜੇ ਕਾਇਮ ਨੇ। ਸੋ ਕਹਿਣ ਦਾ ਅਰਥ ਜਾਂ ਮੇਰਾ ਪੁੱਛਣ ਦਾ ਅਰਥ ਇਹ ਆ ਕਿ ਉਹ ਕਾਰਵਾ ਜਿਹੜਾ ਉਹ ਠੁੱਸ ਕਿਉਂ ਹੋ ਗਿਆ? ਉਹ ਬੰਦੇ ਕਿਉਂ ਚਲੇ ਗਏ? ਔਰ ਜੇ ਤੁਸੀਂ ਬੋਲਦੇ ਆਪਣੇ ਪੁਆਇੰਟ ਤੇ ਅੜੇ ਜੇ ਤਾਂ ਉਸ ਦਾ ਕੀ ਕਾਰਨ? ਦੇਖੋ, ਇਹ ਤਾਂ ਹਰ ਅਣਖੀ ਸਾਹਿਬ, ਇਹ ਤਾਂ ਹਰ ਬੰਦੇ ਦੀ ਆਪਣੀ ਫਿਤਰਤ ਹੈ। ਕਿਉਂਕਿ ਦੂਸਰੇ ਵੀ ਇਹੋ ਜਿਹੀ ਗੱਲ ਨਹੀਂ ਹੈ ਕਿਤੇ ਗਏ ਨਹੀਂ ਹੈ। ਵੈਸੇ ਇੱਕ ਮੈਂ ਗੱਲ ਕਲੀਅਰ ਕਰ ਦੇਵਾਂ, ਕੋਈ ਗਰੁੱਪ ਨਹੀਂ ਹੈ। ਮੈਂ ਕਦੀ, ਅਸਲੀ ਗੱਲ ਹੈ, ਨਾ ਕਦੀ ਨਵਜੋਤ ਨੇ ਗਰੁੱਪ ਬਣਾਇਆ, ਨਾ ਕਦੀ ਮੈਂ ਗਰੁੱਪ ਬਣਾਇਆ। ਬੇਸਿਕਲੀ ਨਵਜੋਤ ਦੋਸਤ ਹੈਗਾ ਮੇਰਾ, ਬਟ ਜੋ ਉਹਦੀ ਮਨ ਦੀ ਗੱਲ ਹੁੰਦੀ ਉਹ ਕਰਦਾ, ਜਿਹੜੀ ਮੇਰੇ ਮਨ ਦੀ ਗੱਲ ਹੁੰਦੀ ਮੈਂ ਕਰਦਾ। ਜੇ ਕਿਤੇ ਉਹ ਕਿਤੇ ਗਲਤ ਹੁੰਦਾ ਤਾਂ ਮੈਂ ਉਹਨੂੰ ਵੀ ਕਹਿ ਲੈਣਾ ਵੀ ਨਵਜੋਤ ਯਾਰ ਆਹ ਗਲਤੀ ਹੈਗੀ ਆ। ਸੋ ਅਲਟੀਮੇਟਲੀ ਮੈਨੂੰ ਇਹ ਲੱਗਦਾ ਹੁੰਦਾ ਵੀ ਡੈਮੋਕ੍ਰੇਸੀ ਡਿਸਕਸ਼ਨ ਦੇ ਵਿੱਚੋਂ ਹੀ ਨਿਕਲਦੀ ਹੈ। ਜਿਹੜੇ ਬਾਕੀ ਕਈ ਵਾਰੀ MLA ਹੁੰਦੇ ਆ, ਹੋ ਸਕਦਾ ਵੀ ਉਹ ਜੀ ਅਜੇ ਉਹਨਾਂ ਦੇ ਵਿੱਚ ਉਹ ਕੌਨਫੀਡੈਂਸ ਬਿਲਡਅਪ ਨਾ ਹੋਇਆ ਹੋਵੇ। ਕਿਉਂਕਿ ਸਪੋਰਟਸਮੈਨ ਦਾ ਥੋੜਾ ਜਿਹਾ ਵਾਧਾ ਇਹ ਵੀ ਹੁੰਦਾ, ਜਦੋਂ ਮੇਰੇ ਵਰਗੇ ਨੇ 10 ਸਾਲ ਇੰਡੀਆ ਨੂੰ ਲੀਡ ਕੀਤਾ ਤੇ ਮੇਰਾ ਖਿਆਲ ਹੈ ਵੀ ਕਿੰਨੀਆਂ ਪ੍ਰੈਸ ਕਾਨਫਰੰਸਿਸ ਜਾਂ ਉਹ ਜਿਹੜਾ ਕੌਨਫੀਡੈਂਸ ਦਾ ਲੈਵਲ ਹੈਗਾ। ਦੂਸਰੀ ਗੱਲ ਇਹ ਹੈ ਕਿ ਇਹਦੇ ਵਿੱਚੋਂ ਜੇ ਕੁਝ ਅਸੀਂ ਦੇ ਨਹੀਂ ਸਕਦੇ ਤਾਂ ਫਿਰ ਮੈਨੂੰ ਐ ਲੱਗਦਾ ਹੁੰਦਾ ਵੀ ਬਹੁਤੀ ਦੇਰ ਬਹਿਣ ਦਾ ਵੀ ਕੋਈ ਫਾਇਦਾ ਨਹੀਂ ਹੈ। ਕਿਉਂਕਿ ਜੇ ਮੰਨ ਲਓ ਕੋਈ ਚੇਂਜ ਹੀ ਨਾ ਆਈ, ਜੇ ਕੋਈ ਬਦਲਾਅ ਹੀ ਨਾ ਆਇਆ ਜਿੱਥੇ ਅਸੀਂ ਬੈਠੇ ਆ, ਤਾਂ ਫਿਰ ਜੇ ਕੋਈ ਹੋਰ ਵੀ ਬੈਠਾ ਹੋਵੇ, ਕੋਈ ਨਵੀਂ ਜਨਰੇਸ਼ਨ ਆਣ ਕੇ ਇੱਥੇ ਕੰਮ ਕਰੇ। ਅੱਛਾ, ਸਾਰਾ ਭਾਰ ਕਿਤੇ ਅਸੀਂ ਤੇ ਨਹੀਂ ਚੱਕਿਆ ਆ, ਪੰਜਾਬ ਸਾਰਿਆਂ ਦਾ ਸਾਂਝਾ ਆ। ਕਿਉਂਕਿ ਇਹਦੇ ਵਿੱਚ ਜਦੋਂ ਵੀ ਜਿੱਥੇ ਵੀ ਕੰਮ ਹੋਣੇ ਆ, ਉੱਥੇ ਗਰੁੱਪ ਆਫ ਪੀਪਲ, ਉਹਦੇ ਵਿੱਚ ਇੰਟੈਲੀਜੈਂਸੀਆ ਵੀ, ਉਹਦੇ ਵਿੱਚ ਟੈਕਨੋਕ੍ਰੈਟਸ ਵੀ, ਉਹਦੇ ਵਿੱਚ ਬਿਊਰੋਕ੍ਰੈਟਸ ਵੀ, ਉਹਦੇ ਵਿੱਚ ਸਿਆਣੇ ਪੋਲੀਟੀਸ਼ੀਅਨਸ ਵੀ। ਕਿਉਂਕਿ ਵਿਜ਼ਨਰੀ ਜਿੰਨਾ ਚਿਰ ਅਸੀਂ ਨਹੀਂ ਹੁੰਦੇ, ਜਿੰਨਾ ਚਿਰ ਅਸੀਂ ਉਸ ਪਾਸੇ ਨੂੰ ਨਹੀਂ ਤੁਰਦੇ, ਕੱਲੀਆਂ ਬੇਸਿਕਲੀ ਡਿਸਕਸ਼ਨ ਨਾਲ ਖਾਲੀ ਵੀ ਨਹੀਂ ਕੁਝ ਹੋਣਾ। ਕਿਉਂਕਿ ਜਿਹਨੂੰ ਵਿਜ਼ੂਅਲਾਈਜ਼ ਕਰਕੇ ਲੌਂਗ ਟਰਮ ਤੇ ਸ਼ਾਰਟ ਟਰਮ ਦੇ ਵਿੱਚ ਸਾਨੂੰ ਕੀ ਚਾਹੀਦਾ, ਸਾਡੇ ਸੂਬੇ ਨੂੰ ਕੀ ਚਾਹੀਦਾ, ਸਾਡਾ ਪਾਣੀ ਦਾ ਲੈਵਲ ਥੱਲੇ ਜਾ ਰਿਹਾ, ਸਾਡੀ ਉਪਜਾਊ ਮਿੱਟੀ ਸੀਗੀ, ਅਸੀਂ ਉਹ ਪੈਸਟੀਸਾਈਡ ਯੂਜ਼ ਕਰਕੇ ਉਹਦਾ ਬੜਾ ਨੁਕਸਾਨ ਕਰ ਲਿਆ, ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਦਾ ਲੈਵਲ ਡਾਊਨ ਆ ਰਿਹਾ ਹੈਗਾ,
ਸਾਡੀ ਟੈਕਨੀਕਲ ਐਜੂਕੇਸ਼ਨ ਜਿਹੜੀ ਆ ਉਹਦੇ ਵਿੱਚ ਜਿੰਨੀਆਂ ਸਾਡੇ ਕੋਲ ਬੱਚੇ ਹੁਣ ਜਿਹੜੇ ਇੰਜੀਨੀਅਰਿੰਗ ਕਰ ਰਹੇ ਆ, ਅਸੀਂ ਗਰਾਊਂਡ ਲੈਵਲ ਤੇ ਕਦੀ ਸਰਵੇ ਤੱਕ ਨਹੀਂ ਕੀਤਾ ਵੀ ਹਾਂ ਵੀ ਗਰਾਊਂਡ ਲੈਵਲ ਤੇ ਸਰਵੇ ਕਰਕੇ ਉਹਨਾਂ ਨੂੰ ਸਮੇਂ ਦਾ ਹਾਣੀ ਤਾਂ ਬਣਾ ਲਈਏ, ਕਿਉਂਕਿ ਜੇ ਡਿਮਾਂਡ ਹੀ ਹੈ ਨਹੀਂ ਤੇ ਉਹ ਸਪਲਾਈ ਜਾਊਗੀ ਕਿੱਥੇ। ਸੋ ਦੇਰ ਆਰ ਨੰਬਰ ਆਫ ਇਸ਼ੂਜ਼। ਔਰ ਇਹ ਵੀ ਨਹੀਂ ਹੈ ਇੰਟੈਲੀਜੈਂਸ ਦੈਟਸ ਬਹੁਤ ਪੰਜਾਬੀ ਨੂੰ ਇੱਕ ਐਡਵਾਂਟੇਜ ਹੈ ਵਰਲਡ ਓਵਰ ਪੰਜਾਬੀ ਲਿਆ ਹੋਇਆ, ਔਰ ਪੰਜਾਬੀਆਂ ਅਲੱਗ-ਅਲੱਗ ਪੰਜਾਬ ਦੇ ਉਹ ਸਾਨੂੰ ਕੀ ਸਲਾਹ ਦੇ ਵੀ ਤਾਂ ਦੇਣ ਨੂੰ ਵੀ ਤਿਆਰ ਹੈਗਾ। ਪਰ ਅਨਫੋਰਚੂਨੇਟਲੀ ਇੱਕ ਬਿਊਰੋਕਰੈਟ ਦਾ ਤੇ ਪੋਲੀਟੀਸ਼ੀਅਨ ਦਾ ਇੱਕ ਇਹੋ ਜਿਹਾ ਨੈਕਸਸ ਜਿਹਾ ਬਣ ਗਿਆ, ਉਹ ਬੇਸਿਕਲੀ ਕਿਸੇ ਟੈਕਨੋਕਰੈਟ ਨੂੰ ਵਿੱਚ ਆਉਣਗੇ ਨਹੀਂ। ਸੋ ਦੇਰ ਆਰ ਨੰਬਰ ਜਿਹਨੂੰ ਅਸੀਂ ਕਰਕੇ ਉਹਨੂੰ ਬੇਸਿਕਲੀ ਪੰਜਾਬ ਵਧੀਆ ਲਈ ਹੱਥ ਪਾ ਜੀ। ਤੁਸੀਂ ਸਰ ਕਹਿੰਦੇ ਕਿ ਤੁਹਾਡਾ ਕੋਈ ਧੜਾ ਨਹੀਂ ਹੈ, ਨਵਜੋਤ ਸਿੱਧੂ ਦਾ ਕੋਈ ਧੜਾ ਨਹੀਂ ਆ, ਪਰ ਜਦੋਂ ਤੁਸੀਂ ਦੋਵੇਂ ਜਾਣੇ ਆਵਾਜ਼ ਉਠਾਉਂਦੇ ਜੇ, ਚਾਹੇ ਸਿੱਧੂ ਆ ਚਾਹੇ, ਪਰ ਤੁਸੀਂ ਆਪਣੀ ਦੋਸਤੀ ਨੂੰ ਮੰਨਦੇ ਜੇ ਕਿ ਤੁਹਾਡਾ ਉਹ ਦੋਸਤ ਆ, ਚਾਹੇ ਸਪੋਰਟਸਮੈਨ ਕਰਕੇ ਜਾਂ ਕੁਝ ਵੀ ਕਰਕੇ। ਤੁਸੀਂ ਬੇਸ਼ੱਕ ਕਹੀ ਜੋ ਤੁਹਾਡਾ ਕੋਈ ਧੜਾ ਨਹੀਂ, ਤੁਸੀਂ ਕੋਈ ਧੜਾ ਨਹੀਂ ਬਣਾਇਆ, ਪਰ ਲੋਕੀ ਤੁਹਾਡੇ ਤੇ ਇੱਕ ਵਿਸ਼ਵਾਸ ਕਰਦੇ ਆ, ਵਿਸ਼ਵਾਸ ਕਰਦੇ ਕਿ ਹਾਂ ਤੁਸੀਂ ਪੰਜਾਬੀ ਹੱਕੀ ਮੰਗਾਂ ਦੀ ਆਵਾਜ਼ ਉਠਾਓਗੇ। ਕੀ ਕੋਈ ਇਸ ਤਰ੍ਹਾਂ ਦੀ ਤੁਹਾਡੀ, ਜੇ ਨਵਜੋਤ ਦੀ ਤੁਹਾਡੀ ਆਪਸੀ ਦੋਸਤੀ ਦੀ ਗੱਲ ਕਰੀਏ, ਤਾਂ ਜਿਸ ਤਰੀਕੇ ਨਾਲ ਨਵਜੋਤ ਇਸ ਵੇਲੇ ਦਿੱਲੀ ਬੈਠੇ ਜਾਂ ਗੱਲਬਾਤ ਕਰਕੇ ਆ ਗਏ ਨੇ, ਔਰ ਬਿਜਲੀ ਦੇ ਮੁੱਦਿਆਂ ਦੇ ਸੰਬੰਧੀ ਉਹਨਾਂ ਨੇ ਗੱਲਬਾਤ ਉਠਾਈ ਆ, ਔਰ ਉਸ ਤੋਂ ਮਗਰੋਂ ਕੈਪਟਨ ਅਮਰਿੰਦਰ ਸਿੰਘ ਹੁਣੇ ਵੀ ਦਿੱਲੀ ਜਾ ਰਹੇ ਨੇ, ਤਾਂ ਜਿਸ ਤਰੀਕੇ ਨਾਲ ਤੁਸੀਂ ਆਵਾਜ਼ ਉਠਾ ਰਹੇ ਸੀ, ਆਵਾਜ਼ ਉਠਾਉਂਦੇ ਜੇ ਉਸੇ ਤਰੀਕੇ ਨਾਲ ਨਵਜੋਤ ਸਿੱਧੂ ਵੀ ਆਵਾਜ਼ ਅੱਜ ਦੀ ਤਰੀਕ ਦੇ ਵਿੱਚ ਵੀ ਉਠਾ ਰਿਹਾ, ਤਾਂ ਤੁਸੀਂ ਕੀ ਸਮਝਦੇ ਹਾਈਕਮਾਨ ਉਹਨਾਂ ਦੇ ਅਗੇਂਸਟ ਜਾਂ ਤੁਹਾਡੇ ਅਗੇਂਸਟ ਅਗਰ ਕੋਈ ਫੈਸਲਾ ਲੈਂਦੀ ਆ, ਤਾਂ ਫਿਰ ਤੁਹਾਡਾ ਜਾਂ ਨਵਜੋਤ ਸਿੱਧੂ ਦਾ ਕੀ ਸਟੈਂਡ ਹੋਵੇਗਾ? ਨਹੀਂ ਜੀ, ਉਹਨਾਂ ਨੇ ਫੈਸਲਾ ਲੈਣਾ, ਸਟੈਂਡ ਤਾਂ ਉਹਨਾਂ ਦਾ, ਸਾਡਾ ਕਾਹਦਾ ਸਟੈਂਡ ਆ। ਅਸੀਂ ਤਾਂ ਬੇਸਿਕਲੀ ਦੇਸ਼ ਖੇਡਣ ਡਏ ਆ, ਉਸ ਟੀਮ ਨੂੰ ਜਿਤਾਉਣ ਦੀ ਕੋਸ਼ਿਸ਼ ਕਰਦੇ ਆ। ਸਾਡਾ ਪੰਜਾਬ ਆ। ਅਸੀਂ ਮੈਂ ਤਾਂ ਹਮੇਸ਼ਾ ਗੱਲ ਕਰਦਾ ਹੁੰਦਾ, ਅਸੀਂ ਕਦੀ ਕਾਂਗਰਸੀ ਬਣ ਕੇ ਜੀਣ ਲੱਗ ਪੈਂਦੇ ਆ, ਕਦੀ ਅਸੀਂ ਅਕਾਲੀ ਬਣ ਕੇ ਜੀਣ ਲੱਗ ਪੈਂਦੇ ਆ, ਕਦੀ ਅਸੀਂ ਪੰਜਾਬੀ ਬਣ ਕੇ ਵੀ ਜੀ ਕੇ ਦੇਖੀਏ। ਮੰਨ ਲਓ ਜੇ ਸਪੋਜ਼ ਕਿਸੇ ਵੀ ਪਾਰਟੀ ਦੀ ਸਰਕਾਰ ਬਣਦੀ ਆ, ਮੰਨ ਲਓ ਸਪੋਜ਼ ਮੇਰੇ ਹਲਕੇ 'ਚ 2 ਲੱਖ ਵੋਟਰ ਆ, ਮੈਨੂੰ 60,000 ਵੋਟ ਪਈ ਆ, 1,40,000 ਵੋਟ ਮੈਨੂੰ ਨਹੀਂ ਪਈ ਹੈਗੀ, ਲੇਕਿਨ ਹੈ ਤਾਂ ਉਹ ਵੀ ਮੇਰਾ ਹਲਕਾ ਹੀ ਆ ਨਾ, ਹੈ ਤਾਂ ਉਹ ਵੀ ਮੇਰਾ ਵੋਟਰ ਸਪੋਰਟਰ ਹੀ ਆ ਨਾ। ਅਸੀਂ ਸਿਸਟਮ ਦੀ ਜਦੋਂ ਗੱਲ ਨਹੀਂ ਕਰਾਂਗੇ, ਅਸੀਂ ਕਰਾਂਗੇ ਵੀ ਹਾਂ ਇਹ ਪਾਰਟੀਕੂਲਰ ਇਹਦੀ ਗੱਲ ਹੀ ਕਰਨੀ, ਇਦੋਂ ਗਾਂਹ ਮੈਂ ਕਰਨੀ ਨਹੀਂ ਹੈ, ਉਹਦੇ ਨਾਲ ਫਿਰ ਪੰਜਾਬ ਕਿਤੇ ਨਾ ਕਿਤੇ ਵਿਤਕਰਾ ਨਹੀਂ ਹੋਊਗਾ। ਕਿਉਂਕਿ ਜੇ ਅਸੀਂ ਉਹ ਗੱਲ ਨਹੀਂ ਕਰਾਂਗੇ, ਉਸ ਥਾਟ ਪ੍ਰੋਸੈਸ ਦੇ, ਦੇਖੋ ਦੁਨੀਆ ਦੇ ਉੱਤੇ ਡੈਮੋਕ੍ਰੇਸੀ ਜਿਹੜੀ ਆ ਉਹਦੇ ਵਿੱਚ ਹੁਣ ਬਹੁਤ ਜਿਹੜੇ ਟੈਕਨੋਕਰੈਟਸ ਆ, ਖਾਸ ਕਰਕੇ ਪਾਰਟੀਕੂਲਰ ਫੀਲਡ ਦੇ ਲਾਈਕ ਬਹੁਤ ਜਿਹੜੀਆਂ ਐਡਵਾਂਸ ਡੈਮੋਕ੍ਰੇਸੀਜ਼ ਹੈਗੀਆਂ, ਉਹਦੇ ਵਿੱਚ ਈਵਨ ਕਿ ਜਿਹੜੇ ਇਕੋਨੋਮਿਸਟ ਹੈ ਉਹਨਾਂ ਨੂੰ ਜਿਹੜਾ ਆ ਬਣਾਇਆ ਤਾਂ ਕਿ ਉਹਨਾਂ ਨੂੰ ਕੋਈ ਵੀ ਬਲਫ ਨਾ ਕਰ ਸਕੇ। ਦੇਖੋ ਸਰਦਾਰ ਮਨਮੋਹਨ ਸਿੰਘ ਸੀਗੇ 1991 ਦੇ ਵਿੱਚ, ਉਹ ਕਾਂਗਰਸ ਪਾਰਟੀ ਦੇ ਬੇਸਿਕ ਮੈਂਬਰ ਵੀ ਨਹੀਂ ਸੀ, ਉਹਨਾਂ ਨੂੰ ਕੰਟਰੀ ਦਾ ਫਾਈਨਾਂਸ ਮਿਨਿਸਟਰ ਬਣਾਇਆ ਗਿਆ, ਔਰ 13 ਸਾਲਾਂ ਦੇ ਮਗਰੋਂ ਉਹਨਾਂ ਨੂੰ 10 ਸਾਲ ਲਈ ਪ੍ਰਾਈਮ ਮਿਨਿਸਟਰ ਬਣਾਇਆ। ਇਹਦਾ ਮਤਲਬ ਇਹ ਹੋਇਆ ਕਿ ਕਾਬਲੀਅਤ ਜਿਹੜੀ ਆ ਪਾਰਟੀਕੂਲਰ ਪਾਰਟੀ ਦੇ ਨਾਲੋਂ, ਤੁਸੀਂ ਟਕਸਾਲੀ ਪੰਜਾਬੀ ਮੰਨ ਲਓ, ਆਪਾਂ ਪੰਜਾਬ ਦੀ ਗੱਲ ਕਰਨੀ ਆ। ਸੋ ਇਸ ਕਰਕੇ ਇਹ ਤਾਂ ਹੁਣ ਉਹਨਾਂ ਤੇ ਡਿਪੈਂਡ ਕਰਦਾ ਵੀ ਉਹ ਕੀ ਬਿਹੇਵ ਸਾਡੇ ਨਾਲ ਕਰਦੇ ਆ। ਜਿੱਦਾਂ ਦਾ ਬਿਹੇਵ ਕਰਨਗੇ ਅਸੀਂ ਉਹੋ ਜਿਹਾ ਬਿਹੇਵ ਕਰ ਲਾਂਗੇ। ਜੀ, ਮਤਲਬ ਇਸ ਤਰ੍ਹਾਂ ਨਹੀਂ, ਬੜਾ ਵਧੀਆ ਤੁਸੀਂ ਜਵਾਬ ਦਿੱਤਾ ਕਿ ਸਟੈਂਡ ਤੇ ਚਲੋ ਉਹਨਾਂ ਦਾ, ਮੇਰਾ ਜਸਟ ਕਹਿਣ ਦਾ ਪੁੱਛਣ ਦਾ ਮਤਲਬ ਇਹ ਸੀ ਕਿ ਫਿਰ ਅਗਰ ਹੋ ਜਾਂਦੀ ਇਸ ਤਰ੍ਹਾਂ ਦੀ ਗੱਲਬਾਤ ਕਿ ਪਾਰਟੀ ਕਿਨਾਰਾ ਕਰ ਦਿੰਦੀ, ਸਾਫ਼ ਸਪਸ਼ਟ ਸ਼ਬਦਾਂ 'ਚ ਕਵਾਂ, ਤਾਂ ਫਿਰ ਕੀ ਆਪਾਂ ਫਿਰ ਆਪਣਾ ਰਸਤਾ ਕੀ, ਵੇਖੋ ਸ਼੍ਰੋਮਣੀ ਅਕਾਲੀ ਦਲ ਵੱਲ ਤੁਸੀਂ ਜਾਣਾ ਨਹੀਂ, ਕਾਂਗਰਸ ਪਾਰਟੀ ਦਾ ਵੀ ਤੁਸੀਂ ਰਹਿ ਕੇ ਆਵਾਜ਼ ਉਠਾ ਲਈ, ਤਾਂ ਫਿਰ ਤੁਸੀਂ ਕੀ ਸਮਝਦੇ ਕਿ ਪੰਜਾਬੀ ਬਣ ਕੇ ਕਿਹੜੀ ਪਾਰਟੀ ਪੰਜਾਬ ਦਾ ਭਲਾ ਕਰ ਸਕਦੀ ਹੈ? ਕੀ ਕੋਈ ਆਪਣੀ ਪਾਰਟੀ ਬਣਾਵਾਂਗੇ ਜਾਂ ਕਿਸੇ ਵਿੱਚ ਐਂਟਰ ਕਰਾਂਗੇ? ਕੀ ਖਿਆਲ ਆ? ਦੇਖੋ ਪਾਰਟੀਆਂ ਪ੍ਰੋਫੈਸਰ ਸਾਹਿਬ ਬਣਾਉਣੀਆਂ ਹੈ ਤਾਂ ਬਹੁਤ ਔਖੀਆਂ ਜੀ, ਬਟ ਐਟ ਦਾ ਸੇਮ ਟਾਈਮ ਪੰਜਾਬ 'ਚ ਗੇੜਾ ਮਾਰ ਲਾਂਗੇ ਜੋ ਪੰਜਾਬ ਚਾਹੂਗਾ। ਦੇਖੋ ਅਸੀਂ ਕੋਈ ਅੱਗ ਹੋ ਕੇ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਬੇਸਿਕਲੀ ਜਦੋਂ ਨੰਬਰਡ ਗੇਮ ਹੈਗੀ ਆ, ਇਦਾਂ ਦਾ ਕੋਈ ਮਾਨਸਿਕਤਾ ਨਹੀਂ ਹੈਗੀ। ਬਟ ਜੇ ਮੰਨ ਲਓ ਤੁਸੀਂ ਇੱਕ ਹਾਈਪੋਥੈਟੀਕਲੀ ਜੇ ਕੁਐਸਚਨ ਕੀਤਾ ਵੀ ਸਾਨੂੰ ਕੱਢ ਹੀ ਦੇਣਗੇ, ਅੱਛਾ ਜੇ ਕੱਢ ਤਾਂ ਫਿਰ ਬੇਸਿਕਲੀ ਪੰਜਾਬੀਆਂ ਨੂੰ ਪੁੱਛ ਲਾਂਗੇ ਵੀ ਭਾਈ ਦੱਸੋ ਹੁਣ ਕੀ ਕਰੀਏ, ਤੇ ਜਿੱਦਾਂ ਦੀ ਉਹ ਰਿਸਪੌਂਸ ਦੇਣਗੇ ਉਦਾਂ ਦਾ ਕਰ ਲਾਂਗੇ। ਕਿਉਂਕਿ ਪੰਜਾਬ ਬੇਸਿਕਲੀ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਦਾ ਕੱਲਿਆਂ ਦਾ ਨਹੀਂ ਹੈਗਾ, ਪੰਜਾਬ ਸਾਰੇ ਦਾ ਹੈਗਾ। ਜਿੰਨਾ ਚਿਰ ਅਸੀਂ ਕਲੈਕਟਿਵ ਰਿਸਪੌਂਸਿਬਿਲਟੀ, ਮੈਂ ਤਾਂ ਟੀਮ ਦਾ ਖਿਡਾਰੀ ਹਾਂ,
ਮੈਂ ਤਾਂ ਇਹ ਹਮੇਸ਼ਾ ਇੱਕੋ ਗੱਲ ਕਹਿਣਾ ਹੁੰਦਾ ਕਿ ਟੀਮ ਬਣਾਓ। ਟੀਮ ਨੇ ਹੀ ਅੱਗੇ ਦੇਖੋ, ਜਿਹੜਾ ਐਗਰੀਕਲਚਰਿਸਟ ਆ ਉਹਨੇ ਐਗਰੀਕਲਚਰ ਦੀ ਗੱਲ ਕਰਨੀ ਆ, ਜਿਹੜਾ ਇਕੋਨੋਮਿਸਟ ਆ ਉਹਨੇ ਇਕੋਨੋਮਿਸਟ ਦੀ ਗੱਲ ਕਰਨੀ ਆ, ਜਿਹੜਾ ਕੋਈ ਕਿਸੇ ਹੋਰ ਫੀਲਡ ਨੂੰ ਰਿਲੇਟਡ ਆ ਉਹਨੇ, ਅਸੀਂ ਬੇਸਿਕਲੀ ਉਹਨਾਂ ਟੈਕਨੋਕ੍ਰੈਟਸ ਨੂੰ ਲੈ ਆਈਏ। ਅੱਜ ਵੀ ਮਿਸਟਰ ਸਿੱਧੂ ਮੈਨੂੰ ਇੱਕ ਬੇਸਿਕਲੀ ਉਹ ਵਰਲਡ ਬੈਂਕ 'ਚ ਪਿਛਲੇ 20 ਸਾਲਾਂ ਤੋਂ ਵਰਲਡ ਬੈਂਕ ਦੇ ਵਿੱਚ ਹੈਗੇ ਆ। ਅੱਜ ਮੈਨੂੰ ਬੇਸਿਕ ਮੇਰਾ ਖਿਆਲ ਹੈ ਜਾਂ ਤਾਂ ਉਹਨੇ ਕਿਤੇ ਮੇਰੀ ਇੰਟਰਵਿਊ ਦੇਖੀ ਹੋਣੀ ਤੇ ਜਾਂ ਅੱਜ ਟਾਈਮਜ਼ ਆਫ ਇੰਡੀਆ ਦੇ ਵਿੱਚ ਇੱਕ ਮੇਰਾ ਸੀਗਾ ਇੰਟਰਵਿਊ ਸੀਗੀ, ਜਾਂ ਉਹਨੇ ਉਹ ਪੜ੍ਹੀ। ਉਹਨੇ ਮੈਨੂੰ ਉੱਥੋਂ ਕਿਤੇ ਫੋਨ ਨੰਬਰ ਲੱਭ ਕੇ ਮੈਨੂੰ ਫੋਨ ਕੀਤਾ ਵੀ ਪ੍ਰਗਟ, ਮੈਂ ਸੋਚਦਾ ਸੀਗਾ ਵੀ ਯਾਰ ਹਜੇ ਵੀ ਇਦਾਂ ਦੇ ਪੋਲੀਟੀਸ਼ੀਅਨ ਹੈਗੇ ਆ। ਮੈਂ ਕਿਹਾ ਸਰ ਬੇਸਿਕਲੀ ਗੱਲ ਆ, ਉਹ ਕਹਿੰਦੇ ਵੀ ਮੈਂ ਵਰਲਡ ਬੈਂਕ ਦੇ ਵਿੱਚ ਪਿਛਲੇ 20 ਸਾਲਾਂ ਤੋਂ ਵਰਲਡ ਬੈਂਕ ਨੂੰ ਐਗਰੀਕਲਚਰ ਸੈਕਟਰ ਦੇ ਵਿੱਚ ਹੈਡ ਕਰ ਰਿਹਾ, ਤੇ ਅਸੀਂ ਪੰਜਾਬ ਚਾਹੁੰਦੇ ਆ, ਅਸੀਂ ਪੰਜਾਬ ਨੂੰ ਆਪਣੀ ਐਕਸਪਰਟੀਜ਼ ਆਪਣਾ ਸਾਰਾ ਕੁਝ ਦੇਣਾ ਚਾਹੁੰਦੇ ਆ ਐਂਡ ਫ੍ਰੀ ਆਫ ਕਾਸਟ ਦੇਣਾ ਚਾਹੁੰਦੇ ਆ। ਦੁਨੀਆ ਦੇ ਵਿੱਚ ਬਹੁਤ ਪੰਜਾਬੀ ਬੈਠੇ ਆ, ਬਹੁਤ ਸਿੱਖ ਬੈਠੇ ਆ, ਅਸੀਂ ਅਸਲੀ ਉਹਨਾਂ ਕੋਲ ਲੈ ਹੀ ਨਹੀਂ ਰਹੇ। ਅਸੀਂ ਸਾਡੀ ਬਦਕਿਸਮਤੀ ਦੇਖੋ, ਅਸੀਂ ਉਹ ਪ੍ਰਮੋਸ਼ਨ ਕਰ ਰਹੇ ਆ ਜਿਨ੍ਹਾਂ ਕੋਲ ਇੰਟੈਲੈਕਚੁਅਲ ਲੈਵਲ ਹੈ ਨਹੀਂਗਾ। ਅੱਛਾ, ਅਸੀਂ ਉਹ ਗੱਲਾਂ ਕਰ ਰਹੇ ਆ ਜਿਨ੍ਹਾਂ ਨੂੰ ਉਸ ਗੱਲ ਦੀ ਸਮਝ ਨਹੀਂ ਵੀ ਇਹਨੇ ਕਰਨਾ ਕਿੱਦਾਂ ਆ। ਅੱਛਾ, ਅਸੀਂ ਤਾਂ ਰੌਲਾ ਪਾ ਕੇ ਬਹਿ ਜਾਂਦੇ ਵੀ ਆਹ ਨੰਬਰ ਆ ਜੀ, ਇਹ ਫਲਾਨਾ ਜੀ, ਇਹ ਹੁਣੇ ਆਇਆ ਜੀ, ਇਹ ਨਵਾਂ ਆਇਆ ਜੀ। ਬਈ ਜੇ ਤੁਹਾਨੂੰ ਸ਼ਾਇਦ ਪਤਾ, ਤੁਹਾਨੂੰ ਵੱਧ ਪਤਾ ਹੋਣਾ, ਪਤਾ ਕਿਉਂ ਹੋਣਾ, ਸਰਦਾਰ ਪ੍ਰਤਾਪ ਸਿੰਘ ਕੈਰੋਂ ਵੀ ਪਹਿਲਾਂ ਅਕਾਲੀ ਦਲ 'ਚ ਹੁੰਦੇ ਸੀ। ਸਰਦਾਰ ਮਨਮੋਹਨ ਸਿੰਘ ਬੇਸਿਕਲੀ ਬੇਸਿਕ ਮੈਂਬਰ ਵੀ ਨਹੀਂ ਹੁੰਦੇ ਸੀ। ਤੇ ਜਿਹੜਾ ਨੰਬਰ ਆਫ ਈਵਨ ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸ ਦੇ ਪ੍ਰੈਜ਼ੀਡੈਂਟ ਬਣੇ ਆ, ਉਹਨਾਂ ਨੂੰ ਹਾਰਡਲੀ 3 ਮਹੀਨੇ ਹੋਏ ਸੀਗੇ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਦੀ ਤਰੀਕ 'ਚ ਇਲੌਜੀਕਲ ਚੀਜ਼ਾਂ ਹੈਗੀਆਂ, ਜਿਹਦੇ ਤੇ ਅਸੀਂ એનર્ਜੀ ਬਹੁਤ ਵੇਸਟ ਕਰਦੇ ਆ, ਜਿਹਦਾ ਕੋਈ ਫਾਇਦਾ ਨਹੀਂ ਹੋਣਾ। ਅਸੀਂ ਕਦੀ ਧਰਮ ਨਾਲ ਜੋੜ ਲੈਂਦੇ ਆ, ਕਦੀ ਜਾਤ ਨਾਲ ਜੋੜ ਲੈਂਦੇ ਆ, ਕਦੀ ਕਹਿ ਦਿੰਦੇ ਆ ਕਿ ਅਸੀਂ ਡਿਪਟੀ ਸੀਐਮ ਐਸਸੀ ਬਣਾਵਾਂਗੇ, ਫਿਰ ਹਿੰਦੂ ਬਣਾਵਾਂਗੇ। ਮੈਂ ਕਿਹਾ ਬਣਾ ਲਓ ਜੀ ਜੀ। ਸਰ ਦੇਖੋ, ਮੈਂ ਜਿਹੜਾ ਸਵਾਲ ਤੁਹਾਨੂੰ ਕਰਦਾ, ਤੁਸੀਂ ਮੇਰੇ ਸਵਾਲ ਦਾ ਜਵਾਬ ਬੜੇ ਵਧੀਆ ਤਰੀਕੇ ਨਾਲ ਦੇ ਦਿੱਤਾ। ਮੈਂ ਜੋ ਪੁੱਛਣਾ ਚਾਹੁੰਦਾ ਹਾਂ ਕਿ ਜਿਹੜਾ ਪੰਜਾਬ ਦਾ ਫੇਰਾ ਮਾਰਨਾ, ਉਹ ਤੁਸੀਂ ਮੈਨੂੰ ਜਵਾਬ ਦਿੱਤਾ। ਪਰ ਉਹਦੇ ਨਾਲ ਹੀ 2-4 ਸਵਾਲ ਜਿਹੜੇ ਨਾ ਹੋਰ ਤੁਹਾਡੀਆਂ ਗੱਲਾਂ ਚੋਂ ਜਿਹੜੇ ਸਾਹਮਣੇ ਆਏ, ਮੈਂ ਉਹ ਪੁੱਛਣਾ ਜ਼ਰੂਰ ਚਾਹਾਂਗਾ। ਹਾਲਾਂਕਿ ਉਹ ਮੈਂ ਬਾਅਦ 'ਚ ਗੱਲ ਕਰਨੀ ਸੀ। ਚਲੋ ਆਪਾਂ ਨਾਲ ਹੀ ਗੱਲ ਕਰਦੇ ਹਾਂ। ਪਹਿਲਾ ਸਵਾਲ ਤਾਂ ਮੇਰਾ ਇਹ ਹੈ ਕਿ ਜਿਹੜਾ ਤੁਸੀਂ ਪ੍ਰਸ਼ਨ ਕੀਤਾ, ਨਹੀਂ ਜਵਾਬ ਦਿੰਦਿਆਂ ਤੁਸੀਂ ਗੱਲ ਕੀਤੀ ਕਿ ਟਕਸਾਲੀ ਸ਼ਬਦ ਦੀ, ਕਿਉਂਕਿ ਟਕਸਾਲੀ ਸ਼ਬਦ ਜਿਹੜਾ ਉਹ ਹਮੇਸ਼ਾ ਅਕਾਲੀਏ 'ਚ ਵਰਤਿਆ ਜਾਂਦਾ ਰਿਹਾ। ਹੁਣ ਉਹ ਸ਼ਬਦ ਕਾਂਗਰਸ ਨੇ ਵਰਤਣਾ ਸ਼ੁਰੂ ਕਰਤਾ। ਨੰਬਰ 1 ਕਿ ਟਕਸਾਲੀ, ਔਰ ਦੂਜੇ ਤੇ ਜਿਹੜੇ ਟਕਸਾਲੀ ਨੇ ਸ਼ਬਦ ਹੈਗਾ ਕਿ ਆਪਾਂ ਅਖੌਤੀ ਸ਼ਬਦ ਵਰਤ ਲੈਂਦੇ ਆ ਆਪਣੀ ਪੱਤਰਕਾਰੀ ਲਾਈਨ 'ਚ। ਤੁਹਾਨੂੰ ਵੀ ਪਤਾ ਹੋਵੇ ਅਖੌਤੀ ਮਤਲਬ ਕਿ ਆਪਣੇ ਆਪ ਨੂੰ ਕਹੀ ਜਾਣਾ, ਜਿਸ ਤਰ੍ਹਾਂ ਅੱਤਵਾਦ ਦੇ ਸਮੇਂ 'ਚ ਕਿ ਹਰ ਬੰਦਾ ਹੀ ਆਪਣੇ ਆਪ ਨੂੰ ਅਖੌਤੀ ਲੈਫਟੀਨੈਂਟ ਜਨਰਲ ਅਖਾਉਂਦਾ ਸੀ। ਉਸੇ ਤਰੀਕੇ ਨਾਲ ਜਿਹੜੇ ਅਖੌਤੀ ਟਕਸਾਲੀ ਕਾਂਗਰਸੀ, ਮੈਂ ਨਾਮ ਨਹੀਂ ਲਾਗਾ, ਅਖੌਤੀ ਟਕਸਾਲੀ ਕਾਂਗਰਸੀ ਇੱਕ ਪਰਿਵਾਰ ਉਹ ਆ ਕਿ ਜਿਹੜਾ ਕਹਿੰਦਾ ਕਿ ਸਾਡਾ ਬਾਬਾ ਸ਼ਹੀਦ ਹੋਇਆ, ਜਾਂ ਕੁਝ ਇਸ ਤਰ੍ਹਾਂ ਦੇ, ਕੁਝ ਕਹਿੰਦਾ ਸਾਡਾ ਦਾਦਾ ਸ਼ਹੀਦ ਹੋਇਆ। ਚਲੋ ਉਹਨਾਂ ਦੀ ਗੱਲ ਆ। ਤੇ ਜਦੋਂ ਉਹ ਬੰਦੇ ਨੇ, ਉਹ ਤਾਂ ਪੰਜਾਬੀਆਂ ਦੀ ਗੱਲ ਨਹੀਂ ਉਠਾਉਂਦੇ। ਤੇ ਜੇ ਕੋਈ ਗੱਲ ਉਠਾਉਂਦਾ, ਪੰਜਾਬ ਦੇ ਮੁੱਦਿਆਂ ਦੀ ਗੱਲ ਉਠਾਉਂਦਾ, ਪੰਜਾਬ ਦੇ ਲੋਕ ਮੁੱਦਿਆਂ ਦੀ, ਲੋਕ ਹਿੱਤਾਂ ਦੀ ਗੱਲ ਕਰਦਾ, ਉਹਨਾਂ ਦੇ ਟਕਸਾਲੀ ਨਾ ਹੋਣ ਦਾ ਭਰਮ ਲੱਗ ਜਾਂਦਾ। ਔਰ ਦੂਸਰੇ ਪਾਸੇ ਇੱਕ ਨਾਲ ਹੋਰ ਪੱਖ ਇਹ ਆਇਆ ਕਿ ਕਾਂਗਰਸ ਪਾਰਟੀ ਨੇ ਪਹਿਲੀ ਵਾਰੀ ਇੱਕ ਨਵਾਂ ਕਾਰਡ ਖੇਡਿਆ ਹਿੰਦੂ ਪ੍ਰਧਾਨ ਬਣਾਉਣ ਦਾ, ਹਿੰਦੂ ਵਰਗ ਦਾ। ਅਸ਼ਵਨੀ ਸੇਖੀ ਨੇ ਜਿਵੇਂ ਬਟਾਲੇ ਤੋਂ ਕਹਿਤਾ ਕਿ ਹਿੰਦੂਆਂ ਦੀ ਜਿਹੜੀ ਆ ਨਜ਼ਰ ਅੰਦਾਜ਼ੀ ਹੋ ਰਹੀ ਆ ਕਾਂਗਰਸ ਪਾਰਟੀ ਦੇ ਵਿੱਚ, ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇਹਨਾਂ ਦੋਵਾਂ ਮੁੱਦਿਆਂ ਨੂੰ ਬੜੀ ਤੇਜ਼ੀ ਨਾਲ ਪਿਕਅਪ ਕੀਤਾ ਤੇ ਮਿੰਟੋ ਮਿੰਟੀ ਮਤਲਬ ਆਪਾਂ ਕਹਿ ਸਕਦੇ ਦਾ ਪੱਤਾ ਜਿਹੜਾ ਉਹ ਸੁੱਟ ਦਿੱਤਾ ਕਿ ਕਾਰਜਕਾਰੀ ਪ੍ਰਧਾਨ ਜਿਹੜਾ ਹਿੰਦੂ ਹੋਣਾ ਚਾਹੀਦਾ, ਟਕਸਾਲੀ ਹੋਣਾ ਚਾਹੀਦਾ। ਸੋ ਇਹੋ ਜਿਹੇ ਜਿਹੜੇ ਦੋ ਸ਼ਬਦ ਨੇ, ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਪਾਰਟੀ ਕੇਵਲ ਔਰ ਕੇਵਲ, ਚਲੋ ਆਪਾਂ ਸਿੱਧਾ ਹੀ ਨਾਂ ਲੈਣਾ ਕਿ ਜਿਹੜੀ ਕਾਂਗਰਸ ਪਾਰਟੀ ਦੇ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਨੇ, ਉਹ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਉਹੋ ਜਿਹੇ ਮੁੱਦੇ ਨਹੀਂ ਖੇਡ ਰਹੇ ਜਿਹੜੇ 1982 ਚ ਦਰਬਾਰਾ ਸਿੰਘ ਔਰ ਗਿਆਨੀ ਜੈਲ ਸਿੰਘ ਦੇ ਵਿਚਕਾਰ ਖੇਡੇ ਗਏ ਸਨ। ਹਿੰਦੂ ਵਰਗ ਦੀ ਗੱਲ ਕਰਨੀ, ਹਿੰਦੂ ਪ੍ਰਧਾਨ ਦੀ ਗੱਲ ਕਰਨੀ, ਟਕਸਾਲੀ ਦੀ ਗੱਲ ਕਰਨੀ। ਤਾਂ ਜੇਕਰ ਇਹ ਮੁੱਦੇ ਅਜੋਕੇ ਸਮੇਂ 'ਚ ਖੇਡੇ ਜਾ ਰਹੇ ਨੇ ਜਾਂ ਸੁੱਟੇ ਜਾ ਰਹੇ ਨੇ, ਤਾਂ ਕੀ ਇਸ ਦਾ ਸੰਤਾਪ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਨਹੀਂ ਪੈ ਸਕਦਾ? ਜੀ ਪ੍ਰਗਟ ਸਿੰਘ ਜੀ। ਪ੍ਰੋਫੈਸਰ ਸਾਹਿਬ, ਬੇਸਿਕਲੀ ਦੇਖੋ, ਸਾਡੇ ਜਿਹੜੇ ਪੋਲੀਟੀਕਲ ਲੋਕ ਆ ਨਾ, ਇਹਨਾਂ ਨੂੰ ਜਿੱਥੇ ਇੱਕ ਗੱਲ ਜਿਹੜੀ ਸੂਟ ਕਰਦੀ ਹੈ ਉਦਾਂ ਦੀ ਕਰ ਲੈਂਦੇ ਆ। ਬੰਦਾ ਇੰਟੈਲੀਜੈਂਟ ਹੋਣਾ ਚਾਹੀਦਾ, ਭਾਵੇਂ ਕਿਸੇ ਕਮਿਊਨਿਟੀ ਤੋਂ ਡਿਲੀਵਰ ਕਰ ਸਕਦਾ ਹੋਵੇ, ਭਾਵੇਂ ਕਿਸੇ ਕਮਿਊਨਿਟੀ 'ਚ ਹੋਵੇ। ਮੈਨੂੰ ਨਹੀਂ ਕਦੀ ਦੇਖੋ, ਜਿਹੜਾ ਪੰਜਾਬ ਆ ਨਾ, ਹਿੰਦੁਸਤਾਨ ਨਾਲੋਂ ਅਲੱਗ ਹਮੇਸ਼ਾ ਹੀ ਇਹਦੀ ਥਾਟ ਪ੍ਰੋਸੈਸ ਰਹੀ ਆ। ਕਿਉਂਕਿ ਬਾਕੀ ਹਿੰਦੁਸਤਾਨ 'ਚ ਜੇ ਬੀਜੇਪੀ ਸਰਕਾਰ ਹੁੰਦੀ ਆ ਤੇ ਇੱਥੇ ਜਿਹੜੀ ਆ ਬੀਜੇਪੀ ਦੇ ਉਲਟ ਹੁੰਦੀ, ਬਾਕੀ ਹਿੰਦੁਸਤਾਨ ਦੇ ਕਾਂਗਰਸ ਦੀ ਹੁੰਦੀ ਆ ਤੇ ਇੱਥੇ ਉਲਟ ਹੁੰਦੀ। ਕਿਉਂਕਿ ਮੈਂ ਦੇਖਦਾ
ਰਾਜਪੂਤ ਕਮਿਊਨਿਟੀ ਜਿਹੜੀ ਤਾਂ ਸਿੱਖ ਕਮਿਊਨਿਟੀ ਆ, ਉਹ ਤਾਂ ਉਹਦੇ ਜਿਹੜੀ ਹਿੰਦੂ ਕਮਿਊਨਿਟੀ ਆ ਉਹਦੇ ਵਾਂਗ ਮੈਂ ਸਰਦਾਰ ਮਨਮੋਹਨ ਸਿੰਘ ਦੀ ਐਗਜ਼ਾਮਪਲ ਕਿਉਂ ਦਿੱਤੀ ਕਿ ਉਹ ਤਾਂ ਬੇਸਿਕਲੀ ਪਾਰਟੀ ਦੇ ਬੇਸਿਕ ਮੈਂਬਰ ਤੇ ਨਰਸਿਮਹਾ ਬੇਸਿਕਲੀ ਉਹਨਾਂ ਨੂੰ ਫਾਈਨਾਂਸ ਮਿਨਿਸਟਰ ਬਣਾ। ਅੱਛਾ, ਦੁਨੀਆ ਦੇ ਵਿੱਚ ਏਦਾਂ ਦੀਆਂ ਬਹੁਤ ਐਗਜ਼ਾਮਪਲਸ ਹੈਗੀਆਂ ਜਿੱਥੇ ਕਿ ਜਿਹੜੇ ਉਸ ਪਾਰਟੀਕੂਲਰ ਫੀਲਡ ਦੀ ਮੁਹਾਰਤ ਵਾਲੇ ਲੋਕੀ ਆ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਜੇ ਉਸ ਲੈਵਲ ਦੀ ਐਕਸਪਰਟਿਜ਼ ਨੂੰ ਨਹੀਂ ਯੂਜ਼ ਕਰੋਗੇ ਤਾਂ ਤੁਸੀਂ ਹੌਲੀ ਹੌਲੀ ਆਪਣੇ ਸਿਸਟਮ ਨੂੰ ਪਿੱਛੇ ਲੈ ਕੇ ਜਾ ਰਹੇ ਹੋ। ਅੱਛਾ, ਤੁਸੀਂ ਤਾਂ ਬੇਸਿਕਲੀ ਦੇਖੋ ਪੰਜਾਬੀ ਇੱਕ ਅੱਖ ਨਾਲ ਜੀਣ ਵਾਲੀ ਰੀਤ ਉਹਨਾਂ ਲੋਕਾਂ ਨੇ ਰਾਸ਼ਨ ਕਾਰਡ ਬਣਾ ਲਿਆ, ਨੀਲੇ ਕਾਰਡ ਬਣਾ ਲਿਆ, 2 ਰੁਪਏ ਵਾਲੀ ਜਿਹੜੇ ਇਹ ਘਰ ਵੀ ਮੈਂ ਇਹਨਾਂ ਨੂੰ ਇੱਕ ਹੁਨਰ ਦੇਈਏ ਤਾਂ ਕਿ ਆਪਣੀ ਰੋਜ਼ੀ ਰੋਟੀ ਆਪ ਕਮਾ ਸਕਦੇ। ਅਨਫੋਰਚੂਨੇਟਲੀ ਅਸੀਂ ਉਸ ਕੰਮ ਤੇ ਲਾ ਲਏ ਔਰ ਉਹਦਾ ਨਤੀਜਾ ਹੌਲੀ ਹੌਲੀ ਜਿਹੜੇ ਬੰਦੇ ਕੰਮ ਕਰਨ ਵਾਲੇ ਸੀ ਉਹ ਕੰਮ ਕਰਨ ਤੋਂ ਗਰੋ ਨਹੀਂ ਕਰ ਦਿੱਤਾ। ਬਹੁਤਾ ਕਿ ਇੱਥੇ ਗਰੋ ਕਰ ਨਹੀਂ ਦਿੱਤਾ, ਉਹ ਜਾਂ ਹੈਦਰਾਬਾਦ ਚਲੇ ਗਏ ਜਾਂ ਬੈਂਗਲੌਰ ਚਲੇ ਗਏ। ਅੱਛਾ, ਜਿਹੜੀ ਸਾਡੀ ਇਹਦੇ ਨਾਲ ਐਗਰੀਕਲਚਰ ਰਿਲੇਟਡ ਇੰਡਸਟਰੀ ਹੈਗੀ ਆ, ਕਿਉਂਕਿ ਜਿੰਨਾ ਚਿਰ ਅਸੀਂ ਐਗਰੀਕਲਚਰ ਦੀ ਸ਼ੈਲਫ ਲਾਈਫ ਨਹੀਂ ਵਧਾਵਾਂਗੇ, ਅਸੀਂ ਉਹਦੇ ਵਿੱਚ ਐਡ ਆਨ ਨਹੀਂ ਕਰਾਂਗੇ ਤਾਂ ਅਲਟੀਮੇਟਲੀ ਉਹ ਲਾਹੇਵੰਦ। ਅਸੀਂ ਬੇਸਿਕਲੀ 25,000 ਕਰੋੜ ਦੀ ਇਨਵੈਸਟਮੈਂਟ ਦੇ ਅਗੇਂਸਟ ਅਸੀਂ 2 ਲੱਖ ਕਰੋੜ ਪਲੱਸ ਅਸੀਂ ਉਹਨਾਂ ਕੰਪਨੀਆਂ ਨੂੰ ਪੇ ਕਰਨਾ 25 ਸਾਲਾਂ ਦੇ ਵਿੱਚ। ਉਹ ਇੰਨੇ ਫਾਲਟੀ, ਮੈਂ ਪਹਿਲਾਂ ਵੀ ਸਰਦਾਰ ਸੁਖਬੀਰ ਸਿੰਘ ਗੱਲਾਂ ਵੀ ਮੇਰੀ ਅੰਦਰ ਇਹ ਲੜਾਈ ਹੋਈ ਸੀਗੀ। ਅੱਛਾ, ਜਦੋਂ ਮੈਂ ਇਹਨਾਂ ਨੂੰ ਲਿਖਿਆ ਵੀ, ਲੇਕਿਨ ਅਨਫੋਰਚੂਨੇਟਲੀ ਰਿਵਿਊ ਕਰਨ ਨੂੰ ਕੋਈ ਤਿਆਰ ਨਹੀਂ ਹੈ। ਅੱਛਾ ਜੀ, ਰਿਵਿਊ ਹੁਣ ਸਾਡੇ ਸੀਐਮ ਸਾਹਿਬ ਵੀ ਕਹਿਣ ਲੱਗ ਪਏ ਵੀ ਅਸੀਂ ਹੁਣ ਰਿਵਿਊ ਕਰਾਂਗੇ। ਅੱਛਾ, 4.5 ਸਾਲ ਹੁਣ ਲੋਕੀ ਇੰਨੇ ਕਮਲੇ ਨਹੀਂ ਹੈਗੇ ਵੀ ਤੁਸੀਂ 4.5 ਸਾਲ ਹਿੱਲੋ ਨਾ ਤਾਂ ਫਿਰ ਜਾ ਕੇ ਦਿਨਾਂ 'ਚ ਕਹੋ ਵੀ ਅਸੀਂ ਕਰ ਦਿੱਤਾ, ਵੀ ਕਰ ਦਿੱਤਾ। ਪਰ ਮੇਰੇ ਕਹਿਣ ਦਾ ਮਤਲਬ ਜਿਹੜਾ ਹੋ ਸਕਦਾ ਉਹ ਅਸੀਂ ਕਿਉਂ ਨਹੀਂ ਕਰਦੇ? ਆਈ ਫੇਲ ਟੂ ਅੰਡਰਸਟੈਂਡ। ਮੈਂ ਕਹਿੰਦਾ ਜਿਹੜੀ ਨਹੀਂ ਹੋ ਸਕਦੀ, ਮੰਨ ਲਓ ਜਿਸ ਚੀਜ਼ ਤੇ ਮੈਂ ਨਹੀਂ ਪਹੁੰਚ ਸਕਦਾ, ਮੈਂ ਇਹ ਕਹਿ ਸਕਦਾ ਵੀ ਯਾਰ ਇਹ ਨਹੀਂ ਹੋ ਸਕਦੀ। ਜਿਹੜੀ ਹੋ ਸਕਦੀ ਸੀ ਜਦੋਂ ਅਸੀਂ ਉਹ ਨਹੀਂ ਨਾ ਕਰਦੇ, ਉਹ ਸਾਡੀ ਬਦਕਿਸਮਤੀ। ਜੀ ਨਹੀਂ, ਜਿਸ ਤਰੀਕੇ ਨਾਲ ਮੈਂ ਗੱਲ ਉਹ ਗਿਆਨੀ ਜੈਲ ਸਿੰਘ ਔਰ ਦਰਬਾਰਾ ਸਿੰਘ ਵਾਲੀ ਗੱਲ ਕੀਤੀ ਔਰ ਕੈਪਟਨ ਅਮਰਿੰਦਰ ਸਿੰਘ ਹੁਣੀ ਜਿਸ ਤਰੀਕੇ ਦਾ ਪੱਤਾ ਖੇਡਣ ਦੀ ਕੋਸ਼ਿਸ਼ ਕਰ ਰਹੇ ਆ, ਮੈਂ ਸਿਰਫ ਉਸ ਸੰਦਰਭ 'ਚ ਕਹਿੰਦਾ ਕਿ ਕਿਹੋ ਜਿਹੇ ਅਸਾਰ ਤੁਹਾਨੂੰ ਲੱਗਦੇ ਆ, ਕਿਉਂਕਿ ਤੁਹਾਡੀ ਗੱਲ ਬਿਲਕੁਲ ਨਿਡਰ ਔਰ ਬੇਤੜਕ ਹੋ ਕੇ ਤੁਸੀਂ ਉਹ ਗੱਲ ਜਿਹੜੀ ਆ ਉਹ ਕਹੋਗੇ ਤੁਸੀਂ। ਨਹੀਂ, ਪਤਾ ਨਹੀਂ ਮੈਨੂੰ ਤਾਂ ਹੁਣ ਇਹਨਾਂ ਦੀ ਕੈਲਕੂਲੇਸ਼ਨ ਇਹਨੂੰ ਕਿਸ ਹਿਸਾਬ ਨਾਲ ਇਹ ਦੇਖਦੇ ਹੈਗੇ ਆ, ਕਿਉਂਕਿ ਇਹ ਤਾਂ ਹੁਣ ਇਹੀ ਦੱਸ ਸਕਦੇ ਆ, ਮੈਂ ਤਾਂ ਇਹਦੇ ਬਾਰੇ ਕੁਝ ਦੱਸ ਨਹੀਂ ਸਕਦਾ। ਪਰ ਮੈਨੂੰ ਕਿ such a seasoned politician and that also at the fag end of his political career, ਸਮਾਂ ਤੇ ਇਹ ਹੋਰ ਮੈਚੁਰਿਟੀ ਆਉਣੀ ਚਾਹੀਦੀ ਆ, ਕਿਉਂਕਿ ਦੇਖੋ ਜਿਉਂ ਬੰਦਾ ਵੱਡਾ ਹੁੰਦਾ, ਜਿਉਂ ਬੰਦਾ ਸਿਸਟਮ ਦੇ ਵਿੱਚ ਦੀ ਲੰਘਦਾ, ਉਹ ਹੋਰ ਮੈਚੁਰ ਹੁੰਦਾ। ਅੱਛਾ, ਉਸ ਮੈਚੁਰਿਟੀ ਦੇ ਵਿੱਚੋਂ ਸਮਾਂ ਤੇ ਸਾਡੇ ਵਰਗੇ ਨਵੇਂ ਬੰਦਿਆਂ ਨੂੰ ਸਿੱਖਣ ਨੂੰ ਮੌਕਾ ਮਿਲਣਾ ਚਾਹੀਦਾ। ਯਾਰ ਆਹ ਗੱਲ ਠੀਕ ਹੈ, ਦੁਨੀਆ ਦੇ ਉੱਤੇ ਕੋਈ ਵੀ ਕੰਪਲੀਟ ਇਨਸਾਨ ਹੋ ਕੇ ਨਹੀਂ ਆਇਆ, ਉਹ ਇਸ ਸਿਸਟਮ ਦੇ ਵਿੱਚੋਂ ਹੀ ਸਿੱਖਿਆ ਹੈਗਾ। ਉਹ ਸਿੱਖਿਆ ਕਿਹਦੇ ਤੋਂ? ਆਪਣੇ ਵੱਡਿਆਂ ਤੋਂ। ਅੱਛਾ, ਆਪਣੇ ਵੱਡੇ ਤੇ ਮੈਨੂੰ ਕਿਸੇ ਨੇ ਕਿਹਾ ਜੀ ਆਫਿਸਰ ਬੜਾ ਭੁਰਲੀ ਘੈਂਟ ਹੈ ਤੇ ਤੂੰ ਉਹਦੇ ਕੋਲੋਂ ਕੰਮ ਸਿੱਖੀ। ਅੱਛਾ, ਮੈਂ 3 ਦਿਨ ਗਿਆ, ਉਹ ਜਿਹੜਾ ਸਿੱਧਾ ਕੰਮ ਤਾਂ ਮੈਨੂੰ ਸਿਖਾਵੇ ਨਾ, ਹਰ ਪੁੱਠਾ ਕੰਮ। ਤੇ ਮੈਂ ਉਹਦਾ ਫੋਨ ਆਇਆ ਵੀ ਤੂੰ ਆਇਆ ਨਹੀਂ ਵੀ ਕੰਮ ਸਿੱਖਣ। ਮੈਂ ਕਿਹਾ ਜੀ ਮੈਂ ਇਹ ਕੰਮ ਹੀ ਨਹੀਂ ਸਿੱਖਣਾ ਜਿਹੜਾ ਤੁਸੀਂ ਸਿਖਾਉਣ ਡਏ ਆ, ਕਿਉਂਕਿ ਵਕੂਆ ਚੇਂਜ ਕਰਨਾ, ਉਹਦਾ ਕਰਨਾ, ਇਹ ਪੁਲਿਸ ਕਰਨੀ ਨਹੀਂ। ਫਿਰ ਅਸੀਂ ਆਪਣੇ ਬੱਚਿਆਂ ਨੂੰ, ਆਉਣ ਵਾਲੀ ਜਨਰੇਸ਼ਨ ਨੂੰ ਚੰਗੀ ਚੀਜ਼ਾਂ ਦੇ ਜੀ। ਵੀ 1947 ਤੋਂ ਪਹਿਲਾਂ ਤਾਂ ਤੁਸੀਂ ਲੜਦੇ ਰਹੇ ਆਜ਼ਾਦ ਹੋਣ ਲਈ, ਉਹਦੇ ਵਿੱਚ ਸ਼ਹਾਦਤਾਂ ਦੇਤੀਆਂ। 1947 ਤੋਂ ਲੈ ਕੇ ਤਾਂ ਤੁਹਾਡੇ ਕੋਲ ਹੀ ਆ ਨਾ। ਉਦੋਂ ਤਾਂ ਇਹ ਸਾਫ਼ ਸੁਥਰਾ ਪਾਣੀ ਸੀ, ਸਾਫ਼ ਜਰਖੇਜ਼ ਮਿੱਟੀ ਸੀ। ਦੁਨੀਆ ਦੇ ਉੱਤੇ ਇਦਾਂ ਦਾ ਪੀਸ ਆਫ ਲੈਂਡ ਜਿਹਦੇ ਤੇ ਇੰਨੇ ਮੌਸਮ ਹੋਣ ਤੇ ਜਿਹਦੇ ਕੋਲ ਇੰਨਾ ਰਿਚ ਕਲਚਰ ਹੋਵੇ ਤੇ ਰਿਚ ਹੈਰੀਟੇਜ ਹੋਵੇ, ਜੇ ਅਸੀਂ ਉਹ ਨਹੀਂ ਸੰਭਾਲ ਸਕੇ ਤਾਂ ਫਿਰ ਸਾਡੀ ਵਰਗੀ ਰੇਸ ਨਹੀਂ ਹੋਰ ਹੋ ਸਕਦੀ। ਜੀ, ਪ੍ਰਗਟ ਸਿੰਘ ਜੀ, ਤੁਸੀਂ ਵੇਖੋ ਲੰਮਾ ਸਮਾਂ 10 ਸਾਲ ਹਾਕੀ ਟੀਮ ਦੇ ਕਪਤਾਨ ਰਹੇ ਜੇ, ਮਤਲਬ ਜੀਵਨ ਦਾ ਕੋਈ ਇਹੋ ਜਿਹਾ ਖੇਤਰ ਨਹੀਂ ਹੈ ਜਿਹਦਾ ਤਜਰਬਾ ਤੁਹਾਨੂੰ ਹੈ ਨਹੀਂ ਹੈ। 2 ਪਾਰਟੀਆਂ, ਪੋਲੀਟੀਕਲ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ, ਉਹਦੇ ਨਾਲ ਵੀ ਤੁਸੀਂ ਜੁੜੇ ਰਹੇ, ਉਹਦਾ ਵੀ 100 ਸਾਲਾਂ ਦਾ ਇਤਿਹਾਸ ਆ।
ਕਾਂਗਰਸ ਪਾਰਟੀ ਦਾ ਵੀ 100 ਸਾਲਾਂ ਦਾ ਇਤਿਹਾਸ ਆ, ਦੋਵਾਂ ਪਾਰਟੀਆਂ ਨਾਲ ਤੁਸੀਂ ਕੰਮ ਕੀਤਾ, ਤਾਂ ਦੋਵਾਂ 'ਚ ਕੁਝ ਸਮਾਨਤਾ ਲੱਗੀ ਆ ਕਿ ਜਾਂ ਬਹੁਤ ਵੱਖਰਤਾ ਲੱਗੀ ਆ? ਤੁਸੀਂ ਆਪਣੇ ਆਪ ਨੂੰ ਕਿੱਥੇ ਕੁ ਉਹਨਾਂ ਦੋਵਾਂ ਪਾਰਟੀਆਂ 'ਚ ਆਪਣੇ ਆਪ ਨੂੰ ਖੜਾ ਮਹਿਸੂਸ ਕਰਦੇ ਜੇ, ਜਾਂ ਤੁਹਾਨੂੰ ਲੱਗਦਾ? ਦੇਖੋ ਪ੍ਰੋਫੈਸਰ ਸਾਹਿਬ ਚੰਗੇ ਬੰਦੇ ਵੀ ਹੈਗੇ ਆ, ਮੈਂ ਨਹੀਂ ਕਹਿੰਦਾ। ਦੇਖੋ ਐਵੇਂ ਆਪਾਂ ਕਹੀਏ ਵੀ ਸਾਰੇ ਮਾੜੇ ਨਹੀਂ ਹੁੰਦੇ, ਸਾਰੇ ਚੰਗੇ ਨਹੀਂ ਹੁੰਦੇ, ਪਰ ਅਨਫੋਰਚੂਨੇਟਲੀ ਕਲਚਰ ਇੱਕ ਨਾ ਮੈਨੂੰ ਲੱਗਦਾ ਵੀ ਜਿੱਦਾਂ ਹਨਾ ਡਰਾਵੇ ਦਾ ਕਲਚਰ ਜਿਹਾ ਹੁੰਦਾ ਵੀ ਇੱਕ ਤਾਂ ਟਿਕਟ ਦਾ ਰੌਲਾ ਤੇ ਇੱਕ ਤੁਹਾਡੀ ਪਲੇਸਮੈਂਟ ਦਾ ਰੌਲਾ ਵੀ ਪਤਾ ਨਹੀਂ ਇਹਦੀ ਪਲੇਸਮੈਂਟ ਹੋਣੀ ਆ ਕਿ ਨਹੀਂ ਹੋਣੀ। ਇਹ ਦੋ ਚੀਜ਼ਾਂ ਨੇ ਜਿਹੜੇ ਬੰਦੇ ਮਾੜਾ ਮੋਟਾ ਕੁਛ ਕਹਿਣ ਦੀ ਸਮਰੱਥਾ ਵੀ ਰੱਖਦੇ ਹੁੰਦੇ ਆ, ਉਹ ਸਮਰੱਥਾ ਵੀ ਹੌਲੀ ਹੌਲੀ ਉਹਨਾਂ ਨੇ ਕਹਿਤਾ ਵੀ ਚੁੱਪ ਹੀ ਭਲੀ ਆ, ਚੁੱਪ ਹੀ ਭਲੀ ਆ। ਅੱਛਾ ਫਿਰ ਉਹ ਡੈਮੋਕ੍ਰੇਸੀ ਦੇ ਵਿੱਚ ਮੈਨੂੰ ਲੱਗਦਾ ਪਾਵਰ ਕੋਰੀਡੋਰ ਦੇ ਵਿੱਚ 5-7 ਇਹੋ ਜਿਹੇ ਬੰਦੇ ਆ ਜਾਂਦੇ ਆ ਜਿਨ੍ਹਾਂ ਦਾ ਜ਼ਿਆਦਾ ਕੰਮ ਫਾਈਨਾਂਸ ਨਾਲ ਹੁੰਦਾ, ਵੀ ਪੈਸੇ ਕਿੱਧਰ ਨੂੰ ਕਿਹਨੇ ਕਮਾ ਕੇ ਦੇਣੇ ਆ, ਕੀ ਕਰਨਾ, ਤੇ ਜਾਂ ਵਿਰੋਧੀ ਨੂੰ ਜਾਂ ਜਿਹੜੇ ਆਪਣੀ ਪਾਰਟੀ ਦੇ ਵਿੱਚ ਕੁਝ ਬੋਲਣ ਵਾਲੇ ਬੰਦੇ ਆ ਉਹਨਾਂ ਨੂੰ ਦਬਾ ਕੇ ਕਿੱਦਾਂ ਰੱਖਣਾ। ਇੱਦਾਂ ਦਾ ਮਾਹੌਲ ਜਿਹੜਾ ਆ ਉਹ ਮੈਨੂੰ ਲੱਗਦਾ, ਜਾਂ ਇਹ ਦੇਖੋ ਪਾਰਟੀਆਂ ਤਾਂ ਦੋਨਾਂ 'ਚ ਹੀ ਲਗਭਗ ਇੱਕੋ ਜਿਹਾ ਹੀ ਹੈਗਾ, ਮੈਂ ਨਹੀਂ ਕਹਿੰਦਾ। ਇਹਦੇ ਵਿੱਚ ਚੰਗੇ ਬੰਦੇ ਵੀ ਹੈਗੇ ਆ, ਪਰ ਚੰਗੇ ਬੰਦਿਆਂ ਨੂੰ ਐ ਹੁੰਦਾ, ਮੈਂ ਪਿੱਛੇ ਸਾਹਿਬ ਨਾਲ ਚਲੋ ਮੈਂ ਉਹਨਾਂ ਨਾਲ ਵੀ ਬਹੁਤਾ ਮਤਲਬ ਕਈ ਚੀਜ਼ਾਂ 'ਚ ਡਿਫਰੈਂਸ ਆਫ ਓਪੀਨੀਅਨ ਹੀ ਸੀ। ਮੈਨੂੰ ਉਹਨਾਂ ਨੇ ਇੱਕ ਦਿਨ ਬੁਲਾ ਲਿਆ, ਮੈਨੂੰ ਕਹਿੰਦੇ ਪ੍ਰਗਟ ਜਿਹੜੀ ਤੂੰ ਗੱਲ ਕਰ ਉਹ ਅਸੀਂ ਨਹੀਂ ਕਰ ਸਕਦੇ। ਮੈਂ ਕਿਹਾ ਜੀ ਉਹ ਕਿਉਂ? ਕਹਿੰਦੇ ਵੀ ਅੱਜ 45 ਸਾਲ ਮੇਰੀ ਜਿਹੜੀ ਆ ਪੋਲਿਟਿਕਸ ਹੋ ਗਈ, ਵੀ ਮੈਂ ਪੰਚੀ ਤੋਂ ਤੁਰਿਆ ਸੀ ਤੇ 3 ਵਾਰੀ ਜਾਂ 4 ਵਾਰੀ ਐਮਐਲਏ ਬਣਿਆ, ਹੁਣ ਜਾ ਕੇ ਮੰਤਰੀ ਬਣਿਆ, ਤੇ ਉਸ ਪੀਰੀਅਡ ਦੇ ਵਿੱਚ ਕਦੀ ਕਿਸੇ ਦੇ ਗੋਡੀ ਕਦੀ ਕਿਸੇ ਤੋਂ ਲੈ, ਕਿਸੇ ਨੂੰ ਦੇ, ਕਿਸੇ ਦਾ ਕੁਛ ਕਰ, ਕਿਸੇ ਦਾ ਆਹ ਕੁਛ ਕਰ, ਵੀ ਹੁਣ ਸਾਡੀ ਰੀੜ ਦੀ ਹੱਡੀ ਹੈ ਨਹੀਂ। ਤੁਸੀਂ 45 ਸਾਲਾਂ 'ਚ ਬਾਅਦ ਵੀ ਇਹ ਸੋਚੋ। ਅੱਛਾ ਮੈਨੂੰ ਗੱਲ ਉਹਦੀ ਵੀ ਠੀਕ ਲੱਗੀ ਵੀ ਯਾਰ ਗੱਲ ਤਾਂ, ਕਿਉਂਕਿ ਉਹ ਵੀ ਇੱਕ ਸਿਸਟਮ ਦਾ ਪਾਰਟ ਬਣ ਕੇ ਤੁਰਿਆ, ਔਰ ਹੋ ਸਕਦਾ ਉਹ ਵਿਕਟਰੀ ਏਦਾਂ ਦਾ ਨਾ ਹੋਵੇ, ਬਟ ਐਟ ਦਾ ਸੇਮ ਟਾਈਮ ਹੌਲੀ ਉਹਨੂੰ ਸਿਸਟਮ ਨੇ ਮਜਬੂਰ ਕਰ ਦਿੱਤਾ ਹੋਵੇ ਆਪਣੇ ਸਮਾਜ ਨੂੰ ਦੇ ਕੇ ਜਾਣਾ। ਦੈਟ ਇਜ਼ ਇੰਪੋਰਟੈਂਟ, ਕਿਉਂਕਿ ਸਾਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ। ਅੱਛਾ ਕਿਉਂ ਕੋਠੇ ਸੀਗੇ ਬੇਸਿਕਲੀ, ਮੈਂ ਕਿਹਾ ਮੇਰੇ ਵਰਗਾ ਬੰਦਾ ਜਿਹੜਾ ਨਾਰਮਲੀ, ਅਸੀਂ ਆਪਾਂ ਸਾਰੇ ਪਿੰਡਾਂ ਤੋਂ ਆਏ ਆ, ਤੇ ਹਾਕੀ ਕਰਕੇ ਹੀ ਬਹੁਤ ਕੁਝ ਦੇਖਣ ਨੂੰ ਮਿਲ ਗਿਆ ਦੁਨੀਆ ਦੇ ਉੱਤੇ। ਅੱਛਾ ਰੋਜ਼ੀ ਰੋਟੀ ਮਿਲ ਗਈ, ਨਿਆਣਿਆਂ ਨੂੰ ਪੜ੍ਹਾ ਲਿਆ, ਮਾਂ ਪਿਓ ਦੀ ਦਵਾਈ ਠੀਕ ਹੈ, ਘਰ ਬਾਹਰ ਆ, ਹੋਰ ਕੀ ਚਾਹੀਦਾ ਬੰਦਿਆਂ ਨੂੰ? ਮੈਨੂੰ ਲੱਗਦਾ ਇਹ ਨਹੀਂ ਪਤਾ ਲੱਗਦਾ ਵੀ ਬੰਦੇ ਨੂੰ ਜੀਣ ਲਈ ਪੈਸੇ ਕਿੰਨੇ ਚਾਹੀਦੇ ਆ। ਅੱਛਾ ਉਹਦੇ ਕਰਕੇ ਹੀ ਸਾਰੀ ਇਹ ਕਰਪਸ਼ਨ ਦਾ ਸਿਸਟਮ ਇੱਕ ਇਹੋ ਜਿਹਾ ਬਣ ਗਿਆ ਜਿਹਦੇ ਵਿੱਚ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਦੇਖਦੇ ਹੀ ਨਹੀਂ ਹੈ। ਆਹ ਦੇਖੋ ਜਿਹੜਾ ਕੋਵਿਡ ਆਇਆ, ਇਹਨੇ ਕਿਸੇ ਨੂੰ ਅਮੀਰ ਗਰੀਬ ਨੂੰ ਤਾਂ ਨਹੀਂ ਦੇਖਿਆ, ਇਹਨੇ ਤਾਂ ਦੇਖਿਆ ਵੀ ਜਿਹਦੀ ਸਿਹਤ ਸੂਤ ਠੀਕ ਹੈਗੀ ਆ ਮਾਨਸਿਕ ਤੌਰ ਤੇ। ਅੱਛਾ ਇਹਨਾਂ ਦਿਨਾਂ ਦੇ ਵਿੱਚ ਮਾਨਸਿਕ ਤੌਰ ਤੇ ਲੋਕੀ ਇੰਨੇ ਪ੍ਰੈਸ਼ਰਾਈਜ਼ ਹੋਏ ਵੀ ਜਿਹੜਾ ਹੱਦ ਹਿਸਾਬ ਕੋਈ ਨਹੀਂ ਹੈ। ਲੇਕਿਨ ਐਟ ਦਾ ਸੇਮ ਟਾਈਮ ਅਸੀਂ ਇਹਨਾਂ ਗੱਲਾਂ ਨੂੰ ਭੁੱਲ ਜਾਂਦੇ, ਅਸੀਂ ਸੋਚਦੇ ਹਾਂ ਵੀ ਖਰੇ ਇੱਥੇ ਸਾਰੀ ਉਮਰ ਬੈਠੇ ਰਹਿਣਾ। ਅੱਛਾ ਕਿੰਨੇ ਸਾਲ ਆ? ਕਿਸੇ ਦੇ 2 ਸਾਲ, ਕਿਸੇ ਦੇ 5, ਕਿਸੇ ਦੇ 10, ਕਿਸੇ ਦੇ 20, ਇਦੋਂ ਵੱਧ ਤਾਂ ਹੈ ਨਹੀਂ ਗੇ। ਸੋ ਇਸ ਕਰਕੇ ਇਹ ਸਾਡੀ ਮਾਨਸਿਕਤਾ ਨੂੰ ਬਦਲਣ ਦੀ ਜ਼ਰੂਰਤ ਹੈਗੀ ਆ। ਜੇ ਅਸੀਂ ਨਹੀਂ ਬਦਲਾਂਗੇ ਤਾਂ ਅਸੀਂ, ਮੈਨੂੰ ਲੱਗਦਾ, ਘਾਟੇ 'ਚ ਰਵਾਂਗੇ। ਅਸੀਂ 5-5, 7-7 ਪੁਸ਼ਤਾਂ ਦਾ ਇਕੱਠਾ ਕਰਕੇ ਰੱਖ ਲੈਂਦੇ ਹਾਂ, ਤੇ ਜਿਹੜੀ ਤੀਜੀ ਪੁਸ਼ਤ ਹੁੰਦੀ ਆ ਨਾ, ਉਹ ਇੱਕ ਵਾਰੀ ਸਾਰਾ ਕੁਝ ਬਰਾਬਰ ਕਰ ਦਿੰਦੀ ਹੈ। ਇਹ ਕਿਉਂਕਿ ਦੁਨੀਆ ਦੇ ਉੱਤੇ ਹੀ ਹੋਇਆ, ਇਹ ਬਹੁਤ ਵੱਡੇ ਘਰਾਣੇ ਵੀ ਹੋਏ ਆ, ਬਹੁਤ ਵੱਡੇ ਬੰਦਿਆਂ ਨਾਲ ਵੀ ਹੋਇਆ, ਬਹੁਤ ਵੱਡੀਆਂ ਕੰਪਨੀਆਂ ਨਾਲ ਵੀ ਹੋਇਆ। ਸੋ ਇਸ ਕਰਕੇ ਜਸਟ ਥਿੰਕ ਅਬਾਊਟ ਆਲ ਥੀਸ ਲਾਈਨਸ ਕਿ ਹਾਂ ਵੀ ਅਸੀਂ ਕਰਨਾ, ਅਸੀਂ ਨਹੀਂ ਕਰਨਾ ਹੈਗਾ। ਅੱਛਾ ਠੀਕ ਨੂੰ ਠੀਕ ਕਹੀ ਜਾਵੋ, ਗਲਤ ਨੂੰ ਗਲਤ ਕਹੀ ਜਾਵੋ, ਗੱਲ ਤਾਂ ਇੰਨੀ। ਜੀ ਪ੍ਰਗਟ ਸਿੰਘ ਜੀ, ਇੱਕ ਗੱਲ ਮੈਂ ਹੋਰ ਤੁਹਾਨੂੰ ਪੁੱਛਣੀ ਚਾਹਾਂਗਾ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਨੇ ਸਰਦਾਰ ਸੁਖਬੀਰ ਸਿੰਘ ਬਾਦਲ, ਉਹ ਪ੍ਰੈਸ ਕਾਨਫਰੰਸ ਕਰ ਰਹੇ ਸੀ, ਤਾਂ ਪ੍ਰੈਸ ਕਾਨਫਰੰਸ ਦੇ ਦਰਮਿਆਨ ਜਦੋਂ ਨਵਜੋਤ ਸਿੱਧੂ ਵੱਲੋਂ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਕਿ ਮਿਸਗਾਈਡਡ ਮਿਜ਼ਾਈਲ, ਹਾਲਾਂਕਿ ਉਹ ਮੇਰਾ ਵਿਸ਼ਾ ਨਹੀਂ ਹੈ, ਪਰ ਆਪਣੀ ਇੰਟਰਵਿਊ ਦੇ ਦੌਰਾਨ, ਪਰ ਦੂਜਾ ਉਹਦੇ ਨਾਲ ਸੰਬੰਧਿਤ ਇੱਕ ਸਵਾਲ ਜ਼ਰੂਰ ਆ। ਉਹ ਕਹਿੰਦੇ ਕਿ ਪੰਜਾਬ ਨੂੰ ਨਾ ਸੂਝਵਾਨ ਬੰਦੇ ਦੀ ਲੋੜ ਆ, ਸੂਝਵਾਨ ਬੰਦੇ ਦੀ ਲੋੜ ਆ। ਉਹਨਾਂ ਨੇ 2-3 ਵਾਰੀ ਸੂਝਵਾਨ ਸ਼ਬਦ ਜਿਹੜਾ ਵਰਤਿਆ, ਤੇ ਮੈਂ ਕਿਹਾ ਚਲੋ ਮਤਲਬ ਮੇਰੀ ਜਿਹੜੀ ਆਪਣੀ ਤੁਸ਼ ਬੁੱਧੀ ਹੈ, ਮੇਰੇ ਅਨੁਸਾਰ ਤਾਂ ਕੁਝ ਹੋਰ ਤਰੀਕੇ ਨਾਲ ਸੂਝਵਾਨ ਬੰਦੇ ਹੋ ਸਕਦੇ ਆ। ਤਾਂ ਕਿਉਂਕਿ ਸੁਖਬੀਰ ਬਾਦਲ ਨਾਲ ਤੁਸੀਂ 5 ਸਾਲ ਕੰਮ ਕੀਤਾ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਜੇ, ਤਾਂ ਮੈਂ ਉਹ ਪਰਿਭਾਸ਼ਾ ਜਿਹੜੀ ਉਹਨਾਂ ਨੇ ਮਤਲਬ ਕੀਤੀ ਡਿਫਾਈਨ ਜਾਂ ਉਹਨਾਂ ਨੇ ਕਰਨੀ ਚਾਹੀ, ਉਹ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਉਹ ਸੂਝਵਾਨ ਬੰਦਾ ਕਿਹੜਾ ਹੈ, ਜਾਂ ਕੇਵਲ ਸ਼੍ਰੋਮਣੀ ਅਕਾਲੀ ਦਲ ਹੈ, ਜਾਂ ਅਕਾਲੀ ਦਲ ਆਪਣੇ ਕਾਂਗਰਸ ਦੇ ਵਿੱਚ ਵੀ ਹੈਗਾ? ਮੈਂ ਐਕਚੁਅਲੀ ਉਹ ਪੁੱਛਣਾ ਚਾਹੁੰਦਾ ਕਿ ਉਹ ਸੂਝਵਾਨ ਬੰਦੇ ਦੀ ਪਰਿਭਾਸ਼ਾ ਕੀ ਹੋ ਸਕਦੀ ਆ। ਜੇਕਰ ਮੈਂ ਆਪਣੇ ਸੰਦਰਭ 'ਚ ਸੋਚਾਂ
ਤਾਂ ਮੇਰੇ ਅਨੁਸਾਰ ਤਾਂ ਸੂਝਵਾਨ ਬੰਦੇ ਤੁਸੀਂ ਜੇ ਜਾਂ ਨਵਜੋਤ ਸਿੱਧੂ ਆ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ, ਲੋਕ ਹਿੱਤਾਂ ਦੀ ਗੱਲ ਕਰਦਾ, ਲੋਕ ਮੁੱਦਿਆਂ ਦੀ ਗੱਲ ਕਰਦਾ, ਤਾਂ ਫਿਰ ਉਹਨਾਂ ਦੇ ਜਿਹੜਾ ਸੂਝਵਾਨ ਸ਼ਬਦ ਜਿਹੜਾ ਉਹ ਕਿਸ ਚੌਕਟੇ 'ਚ ਰੱਖ ਕੇ ਵੇਖਦੇ ਜੇ। ਇਹ ਸਵਾਲ ਮੈਂ ਤਾਂ ਕੀਤਾ ਕਿਉਂਕਿ ਤੁਸੀਂ ਉਹਨਾਂ ਦੀ ਟੀਮ ਦੇ ਮੈਂਬਰ ਜੇ ਉਹਨਾਂ ਨਾਲ ਕੰਮ ਕੀਤਾ ਤਾਂ ਸ਼ਾਇਦ ਥੋੜਾ ਜਿਹਾ ਮੇਰੇ ਗਿਆਨ 'ਚ ਤੁਸੀਂ ਵਾਧਾ ਕਰੋ ਪਲੀਜ਼। ਇਹ ਬੜਾ ਨਾ ਇੱਕ ਵਾਈਡਰ ਲਫ਼ਜ਼ ਹੈਗਾ। ਦੇਖੋ, ਸੂਝਵਾਨ ਅਲੱਗ ਸਬਜੈਕਟ ਤੇ ਅਲੱਗ ਤਰ੍ਹਾਂ ਦਾ ਬੰਦਾ ਹੋ ਸਕਦਾ, ਕਿਉਂਕਿ ਇੱਕ ਸੂਝਵਾਨ ਨਾਲ ਪੰਜਾਬ ਨਹੀਂ ਚੱਲ ਸਕਦਾ। ਹਾਂ, ਪੰਜਾਬ ਨੂੰ ਇਕੱਠਾ ਕਰਕੇ, ਕਿਉਂਕਿ ਦੇਖੋ ਪੰਜਾਬੀਆਂ ਦੀ ਪ੍ਰੋਬਲਮ ਕਿੱਥੇ ਆ ਵੀ ਅੱਧਾ ਪੰਜਾਬ ਨਾ ਚੀਫ ਮਿਨਿਸਟਰ ਬਣਨ ਨੂੰ ਤੁਰਿਆ ਫਿਰਦਾ। ਉਹਦੀ ਪ੍ਰੋਬਲਮ ਜਿਹੜੀ ਬੇਸਿਕਲੀ ਉਹ ਸਾਈਕੀ ਦਾ ਲੈਵਲ ਆ, ਸਾਨੂੰ ਉਹ ਬਦਲਣ ਦੀ ਜ਼ਰੂਰਤ ਹੈਗੀ ਆ। ਮੈਂ ਕੋਈ ਬਹੁਤਾ ਸੂਝਵਾਨ ਨਹੀਂ ਹੈਗਾ, ਮੈਂ ਰਿਐਲਿਟੀ ਮੈਂ ਤੁਹਾਨੂੰ ਦੱਸਦਾ, ਮੈਂ ਤਾਂ ਬੇਸਿਕ ਸਿੰਪਲ ਚੀਜ਼ਾਂ ਨੂੰ ਸਮਝਦਾ, ਲੇਕਿਨ ਤੁਹਾਡੀ ਨੀਤ ਸਾਫ਼ ਚਾਹੀਦੀ ਆ। ਤੁਹਾਡੇ ਕੋਲ ਐਕਸਪਰਟਸ ਬਹੁਤ ਲੱਭ ਜਾਣਗੇ, ਕੋਈ ਰੌਲਾ ਨਹੀਂ ਹੈਗਾ। ਤੁਸੀਂ 10 ਬੰਦਿਆਂ ਨੂੰ 10 ਐਕਸਪਰਟਸ ਬਿਠਾਲ ਕੇ, ਜੇ ਤੁਹਾਡਾ ਆਈਕਿਊ ਠੀਕ ਹੈਗਾ ਤੇ ਤੁਸੀਂ 10 ਬੰਦਿਆਂ ਨੂੰ ਬਿਠਾਲ ਕੇ ਡਿਸਕਸ਼ਨ ਕਰ ਲਓ ਤੇ ਉਹਦੇ ਵਿੱਚੋਂ ਸੋਲੂਸ਼ਨ ਜਿਹੜਾ ਲੱਭ ਪਊਗਾ। ਸੋ ਇਸ ਕਰਕੇ ਜਿਹੜਾ ਸੂਝਵਾਨ ਇਹ ਸਾਰੇ ਸੂਝਵਾਨ ਹੀ ਆ, ਕਿਉਂਕਿ ਸੂਝਵਾਨ ਤੇ ਰੇਤਾ ਦਾ ਕੋਈ ਕੰਬੀਨੇਸ਼ਨ ਹੀ ਹੈ ਨਹੀਂਗਾ। ਰੇਤਾ ਕਿਤੇ ਵੇਚਦਾ, ਸੂਝਵਾਨ ਕਿਤੇ ਹੁੰਦਾ। ਅੱਛਾ, ਉਹ ਵੀ ਵੇਚਦੇ ਸੀ, ਸਾਡੇ ਵਾਲੇ ਵੀ ਵੇਚਦੇ ਆ। ਅੱਛਾ, ਬੇਸਿਕਲੀ ਅਸੀਂ ਦੇਖੋ, ਅਸੀਂ ਪੰਜਾਬ ਦਾ ਪੈਸਾ ਪ੍ਰਾਈਵੇਟ ਪਾਕਟਸ ਦੇ ਵਿੱਚ ਲਿਜਾਂਦੇ ਆ। ਮੈਨੂੰ ਤਾਂ ਇਹਨਾਂ ਦੀ ਸੂਝਵਾਨੀ ਦੀ ਇੰਨੀ ਕੁ ਗੱਲ ਲੱਗਦੀ ਆ, ਜੇ ਉਹ ਪੰਜਾਬ ਦਾ ਪੈਸਾ ਪੰਜਾਬ ਦੀ ਪਾਕਟ ਦੇ ਵਿੱਚ ਆ ਜਾਵੇ, ਸਾਡੇ ਨਿਆਣੇ ਚੰਗੀ ਤਰ੍ਹਾਂ, ਦੇਖੋ ਐਜੂਕੇਸ਼ਨ ਤੇ ਹੈਲਥ ਦੋ ਇਹੋ ਜਿਹੇ ਸੈਕਟਰ ਹੈਗੇ ਆ ਜਿੱਥੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ। ਜੇ ਅਸੀਂ ਦੋਨਾਂ ਸੈਕਟਰਸ ਦੇ ਵਿੱਚ ਬੇਸਿਕ ਫੇਲ ਮੈਂ ਇਸ ਕਰਕੇ ਕਹਿਣਾ ਆ, ਫੇਲ ਇਸ ਕਰਕੇ ਹੋਏ ਆ ਵੀ ਜਿਹੜਾ ਕਿਉਂਕਿ ਜਦੋਂ ਪ੍ਰਾਈਵੇਟ 50% ਤੋਂ ਵੱਧ, ਦੇਖੋ ਪ੍ਰਾਈਵੇਟ ਪਲੇਅਰ 50% ਤੋਂ ਵੱਧ ਗਿਆ ਤੇ ਐਜੂਕੇਸ਼ਨ ਦੇ ਵਿੱਚ ਇਹ ਦੋ ਚੀਜ਼ਾਂ ਹੁੰਦੀਆਂ ਜਿਹਨੇ ਬੇਸਿਕਲੀ ਇੱਕ ਤਾਂ ਬੱਚੇ ਨੂੰ ਸ਼ੇਪ ਅਪ ਕਰਨਾ ਹੁੰਦਾ ਤੇ ਦੂਜਾ ਇਹ ਆ ਕਿ ਜਦੋਂ ਤੁਹਾਨੂੰ ਕਿਤੇ ਵੀ ਸਿਹਤ ਦੀ ਪ੍ਰੋਬਲਮ ਆਵੇ ਤਾਂ ਤੁਹਾਨੂੰ ਇਮੀਡੀਏਟਲੀ ਉਹਦਾ ਸਾਰੀਆਂ ਤਾਂ ਉਹਦੇ ਸਾਈਡ ਟਰੈਕ ਤੇ ਹੈਗੀਆਂ। ਜਦੋਂ ਇਹ 50% ਤੋਂ ਵੱਧ ਜਾਣ, ਇਹਦਾ ਮਤਲਬ ਸਰਕਾਰ ਦੀ ਕਾਰਗੁਜ਼ਾਰੀ ਠੀਕ ਨਹੀਂ। ਮੈਂ ਇਹ ਨਹੀਂ ਕਹਿੰਦਾ ਵੀ ਸਰਕਾਰ ਦੀ ਕਾਰਗੁਜ਼ਾਰੀ ਇਕੱਲੀ ਵੀ ਠੀਕ ਨਹੀਂ ਹੈ, ਲੇਕਿਨ ਸਾਰੀਆਂ। ਔਰ ਦੂਸਰੀ ਗੱਲ ਹੈ ਕਿ ਜਿਹੜੀਆਂ ਸਰਕਾਰਾਂ ਆਪਣੇ ਰਿਸੋਰਸਿਸ ਜਿਹੜੇ ਆ ਉਹ ਪ੍ਰਾਈਵੇਟ ਪਾਕਟਸ ਦੇ ਵਿੱਚ ਪਾਉਣ 'ਚ ਜ਼ਿਆਦਾ ਵਿਸ਼ਵਾਸ ਰੱਖਦੀਆਂ ਸਰਕਾਰੀ ਖਜ਼ਾਨੇ, ਤਾਂ ਉਹਦੀ ਹੁਣ ਜੇ ਸੂਝਵਾਨ ਵੀ ਹੋਵੇ, ਕਿਉਂਕਿ ਮੈਂ ਹੁਣ ਕਈ ਵਾਰ ਇਹ ਵੀ ਸੋਚਣ ਲੱਗ ਪਿਆ ਕਿ ਜਿਹੜਾ ਸਿਆਣਾ ਤੇ ਪੜ੍ਹਿਆ ਲਿਖਿਆ ਇੱਕੋ ਹੀ ਆ ਕਿ ਦੋ ਅਲੱਗ-ਅਲੱਗ ਚੀਜ਼ਾਂ ਨੇ। ਤੁਸੀਂ ਪ੍ਰਗਟ ਸਿੰਘ ਇੱਕ ਰੇਤ ਦੀ ਗੱਲ ਕੀਤੀ, ਅੱਜ ਕੱਲ੍ਹ ਰੇਤ ਤੇ ਛਾਪੇ ਬੜੇ ਮਾਰੇ ਜਾ ਰਹੇ ਨੇ ਸੁਖਬੀਰ ਸਿੰਘ ਬਾਦਲ ਵੱਲੋਂ, ਔਰ ਦੂਜੇ ਪਾਸੇ ਫਰੀਦਕੋਟ ਦੇ ਜਿਹੜੇ ਉਹ ਹਰਚੰਦ ਸਿੰਘ ਬਰਾੜ ਸੀ, ਉਹਨਾਂ ਦੀ ਨਹੁੰ ਵੱਲੋਂ ਵੀ ਕੱਲ੍ਹ ਇੱਕ ਛਾਪਾ ਮਾਰਿਆ ਗਿਆ। ਤਾਂ ਚੱਕਰ ਕੀ ਛਾਪਿਆਂ ਦੀ ਰਾਜਨੀਤੀ ਕੀ ਹੈ? ਇਹਦਾ ਕੀ ਕਾਰਨ? ਮਤਲਬ ਸੁਖਬੀਰ ਬਾਦਲ ਵੱਲੋਂ ਵੀ ਮਾਰਿਆ ਜਾ ਰਿਹਾ, ਚਲੋ ਸੁਖਬੀਰ ਬਾਦਲ ਤਾਂ MP ਨੇ, ਉਹ ਮਾਰ ਸਕਦੇ ਨੇ, ਦੂਜੇ ਪਾਸੇ ਉਹ ਬੀਬੀ ਬਰਾੜ ਜਿਹੜੇ ਨੇ ਉਹ ਕੋਈ MP ਜਾਂ MLA ਵੀ ਨਹੀਂ ਹੈ, ਉਹ ਵੀ ਛਾਪੇ ਮਾਰਦੇ। ਤੇ ਛਾਪਿਆਂ ਦੀ ਜਿਹੜੀ ਰੇਤ ਦੀ ਮਾਈਨਿੰਗ ਦੇ ਉੱਤੇ ਜਿਹੜਾ ਹੋ ਰਿਹਾ, ਇਹਦਾ ਐਕਚੁਅਲੀ ਕੀ ਕਾਰਨ ਕੀ ਸਮਝਦੇ ਜੀ? ਪ੍ਰੋਫੈਸਰ ਸਾਹਿਬ, ਸੱਚੀ ਗੱਲ ਤਾਂ ਇਹ ਆ ਵੀ ਮੇਰੇ ਕੋਲ ਇੱਕ ਬੰਦਾ ਆਇਆ, ਕਹਿੰਦਾ ਕਿ ਰੇਤਾ ਦਾ ਕੰਮ ਕਰਨਾ, ਤੇ ਵਾਹਵਾ ਦੇਰ ਦੀ ਗੱਲ ਹੈਗੀ ਆ। ਮੈਂ ਕਿਹਾ ਯਾਰ ਤੂੰ ਪਹਿਲੀ ਗੱਲ ਤਾਂ ਠੀਕ ਠਾਕ ਪਰਿਵਾਰ ਚੋਂ ਹੈਗਾ। ਇਹ ਰੇਤ ਜਿਹੜੀ ਆ ਨਾ, ਇਹ ਸਿਰ 'ਚ ਸੁਆਹ ਬਣ ਕੇ ਪੈੜੀ ਆ, ਜ਼ਰੂਰ ਸੁਆਹ ਜੀ ਜੀ। ਅੱਛਾ, ਜੇ ਤੁਸੀਂ ਬਿਜ਼ਨਸ ਹੀ ਕਰਨਾ, ਕੋਈ ਹੋਰ ਬਿਜ਼ਨਸ ਕਰ ਲਓ। ਜਿਹੜਾ ਬੇਸਿਕਲੀ ਦੇਖੋ, ਗੱਲ ਇਹ ਨਹੀਂ ਹੈਗੀ, ਗੱਲ ਸਾਡੀ ਅਗੇਨ ਮਾਨਸਿਕਤਾ ਤੇ ਘੁੰਮ ਕੇ ਆ ਜਾਂਦੀ ਆ। ਕਿਉਂਕਿ ਤੁਸੀਂ ਜੇ ਕੋਈ ਕੰਮ ਕਰਨਾ ਕਰ ਲਓ, ਆਪਣਾ ਜੈਨੂਅਨ ਕਰਨਾ ਕਰ ਲਓ, ਬਟ ਐਟ ਦਾ ਸੇਮ ਟਾਈਮ ਜਿਹੜੇ ਇਹ ਦੋ ਕੰਮ ਹੈ, ਖਾਸ ਕਰਕੇ ਐਕਸਾਈਜ਼ ਦਾ ਤੇ ਰੇਤਾ ਦਾ, ਬਈ ਜਿਹੜੇ ਸਰਕਾਰ ਦੇ ਪੈਸੇ ਆ ਉਹ ਸਰਕਾਰ ਨੂੰ ਜਾਣ ਦਿਓ। ਅੱਛਾ, ਜਾਂ ਫਿਰ ਜੇ 100 ਕਰੋੜ ਦੀ ਗੱਲ ਹੀ ਆ, ਫਿਰ ਇਹਨੂੰ ਫ੍ਰੀ ਕਰ ਲਓ, ਕਿਉਂਕਿ 100 ਕਰੋੜ ਨਾਲ ਅਸੀਂ ਬਿਜ਼ਨਸ ਇੰਨਾ ਕੁ ਕਰ ਸਕਦੇ ਹਾਂ ਵੀ ਜਿਹਦੇ ਨਾਲ ਉਹਨਾਂ ਟੈਕਸ ਸਾਨੂੰ ਆ ਸਕਦਾ। ਕਿਉਂਕਿ ਆਪਾਂ ਪਹਿਲਾਂ ਦੇਖਦੇ ਹਾਂ ਵੀ ਜਿਹੜੀ ਰੇਤਾ ਸੀਗੀ, ਆਮ ਜਿਹੜਾ ਕਿਸਾਨ ਆ ਜਿਹਨੇ ਛੋਟਾ ਜਿਹਾ ਟਰੈਕਟਰ ਟਰਾਲੀ ਵੀ ਰੱਖਿਆ ਆ, ਉਹ 50 ਰੁਪਏ ਦੀ ਜਾਂ 100 ਰੁਪਏ ਦੀ ਪਰਚੀ ਕਟਾਉਂਦਾ ਸੀ ਤੇ ਭਰ ਕੇ ਲੈ ਆਉਂਦਾ ਸੀਗਾ। ਅੱਛਾ, ਉਹਦੇ ਨਾਲ ਬੇਸਿਕਲੀ ਸਾਡਾ ਕੰਸਟਰਕਸ਼ਨ ਦਾ ਜਿਹੜਾ ਬਿਜ਼ਨਸ ਹੈਗਾ ਜਾਂ ਜਿਹੜੇ ਹੋਰ ਇਹਦੇ ਰਿਲੇਟਡ ਬਿਜ਼ਨਸ ਆ, ਅੱਛਾ ਉਹਦੇ ਤੋਂ ਵੀ ਉਹਦੇ GST ਵੀ ਲੱਗਣੀ ਆ,
ਉਹਦੇ ਤੇ ਬਾਕੀ ਸਾਰੀ ਰੈਵਨਿਊ ਵੀ ਜਨਰੇਸ਼ਨ ਹੋਣੀ ਆ, ਉਹਦੇ ਤੋਂ 100 ਕਰੋੜ ਹੋ ਜਾਊਗਾ। ਅੱਛਾ, ਉਹਦੇ ਨਾਲ ਲੋਕੀ ਇਨਵੋਲਵ ਹੋ ਜਾਣਗੇ ਤਾਂ ਕਿ ਜਿਹੜਾ ਬੇਸਿਕਲੀ ਬੰਦੇ ਦਾ ਜਿਹੜਾ ਟਾਈਮ ਆ ਔਰ ਉਹਦੀ ਮੈਨੇਜਮੈਂਟ ਦੇ ਵਿੱਚ ਆ ਜਾਵੇ ਤਾਂ ਕਿ ਉਹ ਕੰਮ ਕਰਨਾ ਸ਼ੁਰੂ ਹੋ ਜਾਵੇ। ਲੇਕਿਨ ਅਸੀਂ ਕੀ ਕੀਤੇ, ਪੰਜਾਬ ਦੇ ਵਿੱਚ ਮਾਫੀਆ ਜਿਹੜਾ ਆ, ਮਾਫੀਆ ਨਾ ਬਹੁਤ ਕਰਨਾ ਵੀ ਮਾਫੀਆ ਵਾਲਾ, ਜਿੱਥੇ ਪੰਜਾਬ ਨੇ ਧੱਕਾ ਮਾਰੀਆਂ ਉੱਥੇ ਅਸੀਂ ਕੰਮ ਵੀ ਆਪਣੇ ਨਾਂ ਦੇ ਨਾਲ, ਪਰ ਇਹ ਵੱਧ ਜੀ। ਪ੍ਰਗਟ ਸਿੰਘ, ਦੋ ਸਵਾਲ ਮੈਂ ਕਰਾਂਗਾ ਸਿੱਧੇ ਸਿੱਧੇ। ਜਿਸ ਤਰੀਕੇ ਨਾਲ ਪੰਜਾਬ ਦੀ ਕਾਂਗਰਸ ਦੀ ਅੱਜ ਸਥਿਤੀ ਹੈਗੀ ਹੈ, ਤੁਸੀਂ ਕੈਪਟਨ ਸਰਕਾਰ ਨੂੰ ਕਿੰਨੇ ਨੰਬਰ ਦਿੰਦੇ ਜੇ? ਨੰਬਰ 1। ਤੇ ਇਸ ਸਵਾਲ ਦਾ ਦੂਜਾ ਪੋਰਸ਼ਨ ਇਹ ਹੈ ਕਿ ਜੇਕਰ ਅੱਜ ਇਲੈਕਸ਼ਨ ਹੁੰਦੀ ਹੈ ਤਾਂ ਕਾਂਗਰਸ ਪਾਰਟੀ ਦੀ ਕੀ ਸਥਿਤੀ? ਦੇਖੋ, ਬਾਕੀ ਨੰਬਰ ਤਾਂ ਤੁਸੀਂ ਦੇਣੇ ਆ, ਲੇਕਿਨ ਐਟ ਦਾ ਸੇਮ ਟਾਈਮ ਜਿਹੜੀ ਕਾਰਗੁਜ਼ਾਰੀ ਦੀ ਗੱਲ ਆ, ਅੱਜ ਜਿੱਥੇ ਅਸੀਂ ਖੜੇ ਹੈਗੇ ਆ, ਸਾਨੂੰ ਬਹੁਤ ਇੰਪਰੂਵ ਕਰਨ ਦੀ ਜ਼ਰੂਰਤ ਆ। ਅਸੀਂ ਤਾਂ ਹੀ ਜਿਹੜਾ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਬੈਟਰ ਕਰ ਸਕਾਂਗੇ। ਨਹੀਂ, ਅਗਰ ਅੱਜ ਵੋਟਾਂ ਪੈ ਜਾਂਦੀਆਂ ਤਾਂ ਕੈਪਟਨ ਸਰਕਾਰ ਜਿੱਤਦੀ ਹੈ ਕਿ ਹਾਰਦੀ? ਸਿੰਪਲ ਸਵਾਲ ਜੀ। ਸਿਚੁਏਸ਼ਨ ਨਹੀਂ, ਜਿੱਤਣ ਵਾਲੀ ਨਹੀਂ ਹੈਗੀ, ਜਿੱਤਣ ਵਾਲੀ ਨਹੀਂ ਜੀ। ਤਾਂ ਫਿਰ ਇਹਦੇ ਵਾਸਤੇ ਜਿਹੜੀ ਕਾਂਗਰਸ ਹਾਈਕਮਾਨ ਵੱਲੋਂ ਜਿਸ ਤਰ੍ਹਾਂ ਯਤਨ ਕੀਤੇ ਜਾ ਰਹੇ ਨੇ, ਤਾਂ ਜ਼ਰੂਰੀ ਹੈ ਕਿ 2022 ਦੇ ਵਿੱਚ ਸੀਐਮ ਦਾ ਚਿਹਰਾ ਬਦਲ ਦਿੱਤਾ ਜਾਵੇ, ਕੋਈ ਨਵਾਂ ਚਿਹਰਾ ਐਲਾਨ ਕਰ ਦਿੱਤਾ ਜਾਵੇ ਜੇਕਰ ਅਸੀਂ ਚੋਣਾਂ ਜਿੱਤਣੀਆਂ ਨੇ। ਔਰ ਦੂਜਾ ਜਿਹੜਾ ਬਿਜਲੀ ਸੰਕਟ ਹੈ, ਜਿਸ ਤਰੀਕੇ ਨਾਲ ਨਵਜੋਤ ਸਿੱਧੂ ਨੇ ਤੁਸੀਂ ਵੀ ਬਿਜਲੀ ਸੰਕਟ ਸੰਬੰਧੀ ਜਿਹੜੇ ਸਵਾਲ ਉਠਾ ਰਹੇ ਜੇ, ਤਾਂ ਉਹਨਾਂ ਸਵਾਲਾਂ ਨੂੰ ਲੈ ਕੇ ਬੰਦਾ ਚੋਣ ਮੈਦਾਨ ਵਿੱਚ ਉਤਰਿਆ ਜਾਵੇ। ਨਹੀਂ, ਸਾਨੂੰ ਬੇਸਿਕਲੀ ਸਾਰੇ ਇਸ਼ੂਜ਼ ਨੂੰ ਰਿਜ਼ੋਲਵ ਕਰਨਾ ਚਾਹੀਦਾ। ਜੇ ਅਸੀਂ ਰਿਜ਼ੋਲਵ ਕਰਕੇ ਜਾਵਾਂਗੇ, ਅਸੀਂ ਬੈਟਰ ਪੋਜੀਸ਼ਨ ਦੇ ਵਿੱਚ ਜਾਵਾਂਗੇ। ਦੇਖੋ, ਗੱਲ ਇਹ ਆ ਵੀ ਮੰਨ ਲਓ ਮੈਂ ਹੀ ਆਪਣੇ ਹਲਕੇ 'ਚ ਜਾਣਾ ਤੇ ਮੈਂ ਆਪਣੇ ਮਨੋਂ ਹੀ ਹਜੇ ਬਹੁਤਾ ਇਸ ਗੱਲ ਨੂੰ ਬਹੁਤਾ ਖੁਸ਼ ਨਹੀਂ ਹੈਗਾ, ਖੁਸ਼ ਕੀ ਵੀ ਬਹੁਤਾ ਪੋਜ਼ਿਟਿਵ ਪਾਸੇ ਨੂੰ ਨਹੀਂ ਹੈਗਾ ਵੀ ਜਿੱਥੇ ਮੈਂ ਜਾ ਕੇ ਆਪਣੇ ਵੋਟਰਸ ਨੂੰ ਕਹਿ ਸਕਾਂ ਕਿ ਯਾਰ ਅਸੀਂ ਆਹ ਕਰਕੇ ਆਏ ਆ, ਨਹੀਂ ਕੀਤਾ। ਕਿਉਂਕਿ ਜਦੋਂ ਅੰਦਰੋਂ ਹੀ ਨਹੀਂ ਤੁਹਾਡੀ ਆਵਾਜ਼ ਆਉਂਦੀ ਤਾਂ ਫਿਰ ਅਲਟੀਮੇਟਲੀ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਵੀ ਕੀ ਕਹੋਗੇ? ਠੀਕ ਆ ਵੀ ਮੇਰੇ ਹਲਕੇ ਦੇ ਵਿੱਚ 200-250 ਕਰੋੜ ਦਾ ਕੰਮ ਹੋਇਆ ਜਾਂ ਹੋਰ ਵੀ ਇਸ਼ੂ ਜਿਹੜੇ ਆ ਮੈਂ ਰਿਜ਼ੋਲਵ ਕਰਾਉਣਾ ਜਾਂ ਡੇ ਟੂ ਡੇ ਜਿਹੜਾ ਸਿਸਟਮ ਦੇ ਵਿੱਚ ਕੰਮ ਕਰਦਾ ਉਹ ਕਰਦਾ ਹੈਗਾ। ਬਟ ਐਟ ਦਾ ਸੇਮ ਟਾਈਮ ਜਿਹੜੇ ਸਟੇਟ ਲੈਵਲ ਦੇ ਇਸ਼ੂ ਆ, ਜਿਹੜੇ ਸਾਡੇ ਫਾਈਨਾਂਸ ਨਾਲ ਜੁੜੇ ਹੋਏ, ਡਰੱਗਸ ਨਾਲ ਜੁੜੇ ਹੋਏ, ਜਿਹੜੇ ਮਾਈਨਿੰਗ ਨਾਲ, ਐਕਸਾਈਜ਼ ਨਾਲ, ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਸਾਨੂੰ 25 ਸਾਲਾਂ ਲਈ ਹਰ ਪੰਜਾਬੀ ਨੂੰ ਜਿਹਨੇ ਬਲਬ ਵੀ ਜਗਾਉਣਾ ਨਾ, ਉਹਦੀ ਧੌਣ ਮਰੋੜ ਕੇ ਥੱਲੇ ਦਿੱਤੀ ਹੋਈ ਆ ਵੀ ਹਾਂ ਵੀ ਤੂੰ ਜਗਾ ਕੇ ਦੇਖੀ। ਸੋ ਇਸ ਕਰਕੇ ਇਹ ਜਿਹੜੇ ਇਸ਼ੂਜ਼ ਹੈਗੇ ਆ, ਇਹਨੂੰ ਰਿਜ਼ੋਲਵ ਕਰਨ ਦੀ ਜ਼ਰੂਰਤ ਹੈ ਜੀ। ਤੇ ਜਿਹੜਾ ਇੱਕ ਹੋਰ ਮੁੱਦਾ ਬੜਾ, ਜਿੱਥੋਂ ਇਹ ਆਪਾਂ ਕਹਿ ਸਕਦੇ ਕਿ ਜਦੋਂ ਆਵਾਜ਼ ਉੱਠਣੀ ਸ਼ੁਰੂ ਹੋਈ ਕੋਟਕਪੂਰਾ ਔਰ ਬਾਈਬਲ ਕਲਾਂ ਗੋਲੀकांड ਵਾਲਾ, ਔਰ ਦੇਖੋ ਕਮਰ ਵਿਜੇ ਪ੍ਰਤਾਪ ਕਿਸ ਤਰੀਕੇ ਨਾਲ ਇਸ ਸਾਰੀ ਲੜਾਈ ਦੇ ਵਿੱਚ ਇੱਕ IPS ਅਫਸਰ ਰਗੜਿਆ ਗਿਆ, ਉਹ ਵੀ ਮਤਲਬ ਸ਼ਾਇਦ ਕਿ ਤੁਹਾਡੇ ਵਾਂਗੂ ਇਮਾਨਦਾਰ ਜਾਂ ਉਸ ਦੀ ਇਮਾਨਦਾਰੀ ਦਾ ਮੁੱਲ ਜਿਹੜਾ ਉਹ ਨਹੀਂ ਪਿਆ। ਤਾਂ ਹੁਣ ਜਿਸ ਤਰੀਕੇ ਨਾਲ ਅੱਜ ਕੁਝ ਅਖਬਾਰਾਂ 'ਚ ਖਬਰਾਂ ਸੀ ਜਾਂ ਮੀਡੀਆ ਤੇ ਹਾਊਸਿਸ ਤੋਂ ਇਹ ਨਿਊਜ਼ ਆ ਰਹੀ ਆ ਕਿ ਜਿਹੜੀ ਕਾਂਗਰਸ ਸਰਕਾਰ ਹੈਗੀ, ਕੈਪਟਨ ਸਰਕਾਰ ਹੈਗੀ ਆ, ਜਿਹੜੀਆਂ ਉਹਦੇ ਸੰਬੰਧੀ ਟਿੱਪਣੀਆਂ ਨੇ ਕਮਰ ਵਿਜੇ ਪ੍ਰਤਾਪ ਦੇ ਸੰਬੰਧੀ, ਉਹਨਾਂ ਦੇ ਪ੍ਰਤੀ ਆਵਾਜ਼ ਜਿਹੜੀ ਆ ਹਾਈ ਸੁਪਰੀਮ ਕੋਰਟ ਦੇ ਵਿੱਚ ਉਠਾਉਣੀ ਚਾਹੀਦੀ ਚਾਹੁੰਦੀ ਆ। ਕਹਿਣ ਦਾ ਅਰਥ ਇਹ ਆ ਕਿ ਇਹ ਮੁੱਦਾ ਜਿਹੜਾ ਸੀ ਕੋਟਕਪੂਰਾ ਬਾਈਬਲ ਕਲਾਂ ਕਾਂਡ ਤੋਂ ਉਸ SIT ਦੀ ਰਿਪੋਰਟ ਤੋਂ ਸ਼ੁਰੂ ਹੋਇਆ, ਪਰ ਹੌਲੀ ਹੌਲੀ ਇਹ ਮੁੱਦਾ ਕਮਰ ਵਿਜੇ ਪ੍ਰਤਾਪ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਿਆ। ਤੁਸੀਂ ਉੱਥੇ ਦੇ ਉੱਥੇ ਖੜੇ ਜੇ ਜਿੱਥੇ ਆਵਾਜ਼ ਉਠਾਈ, ਤੁਹਾਡੀ ਆਵਾਜ਼ ਠੀਕ ਆ, ਲੋਕ ਸੁਣਦੇ ਨੇ, ਪਰ ਜਿਹਨਾਂ ਦੇ ਕੰਨਾਂ ਦੇ ਵਿੱਚ ਸੁਣਨੀ ਚਾਹੀਦੀ ਆ ਉਹ ਬਿਲਕੁਲ ਕੰਨ ਬੰਦ ਕੀਤੇ ਨੇ। ਤਾਂ ਮੇਰਾ ਪ੍ਰਸ਼ਨ ਇਹ ਆ ਕਿ ਉਹ ਜਿਹੜਾ ਮੁੱਦਾ ਆ, ਉਹ ਮੁੱਦਾ ਕਦੀ ਹੱਲ ਹੋਵੇਗਾ ਜਾਂ ਮਤਲਬ ਜਿਸ ਤਰ੍ਹਾਂ 18 ਮੁੱਦਿਆਂ ਦੀ ਲਿਸਟ ਜਿਹੜੀ ਫੜਾ ਦਿੱਤੀ ਗਈ, ਕੈਪਟਨ ਸਰਕਾਰ ਉਹਨਾਂ ਮੁੱਦਿਆਂ ਨੂੰ ਹੱਲ ਕਰਨ ਯਤਨ ਕਰ ਰਹੀ ਹੈ, ਕਦੇ ਉਹ ਵਿਧਾਇਕਾਂ ਨੂੰ ਸੱਦ ਕੇ ਉਹਨਾਂ ਦੀਆਂ ਸ਼ਿਕਾਇਤਾਂ ਸੁਣਦੀ ਪਈ ਹੈ, ਕਦੇ ਕੁਝ ਹੋ ਰਿਹਾ, ਜਾਂ ਬਿਜਲੀ ਸੰਕਟ ਆ ਗਿਆ। ਪਰ ਪ੍ਰਗਟ ਸਿੰਘ ਜੀ, ਜਿਹੜਾ ਅਸਲ ਮੁੱਦਾ ਸੀ ਜਿੱਥੋਂ ਇਹ ਜੰਗ ਸ਼ੁਰੂ ਹੋਈ, ਉਸ ਮੁੱਦੇ ਸੰਬੰਧੀ ਕੋਈ ਗੱਲ ਹੀ ਨਹੀਂ। ਤਾਂ ਉਹਦੇ ਸੰਬੰਧੀ ਤੁਹਾਡਾ ਕੀ ਵਿਚਾਰ ਹੈ? ਉਹ ਹੋਣਾ ਚਾਹੀਦਾ ਔਰ ਕਿਸ ਤਰੀਕੇ ਨਾਲ ਉਹਦੇ ਪ੍ਰਤੀ ਜਿਹੜੀ ਆਵਾਜ਼ ਜਿਹੜੀ ਉਠਾਈ ਜਾਣੀ ਚਾਹੀਦੀ ਹੈ? ਮੇਰਾ ਪ੍ਰਸ਼ਨ ਜਿਹੜਾ ਉਸ ਮੁੱਦੇ ਨੂੰ ਲੈ ਕੇ ਹੈ, ਕਿਉਂਕਿ ਉਹ ਮੁੱਦੇ ਸੰਬੰਧੀ ਹੁਣ ਬਹੁਤ ਘੱਟ ਗੱਲ ਹੋ ਰਹੀ ਹੈ। ਦੇਖੋ, ਬੇਸਿਕਲੀ ਦੇਖੋ, ਅੱਜ ਤੋਂ 1.5 ਸਾਲ ਪਹਿਲਾਂ ਨਾ ਜਦੋਂ ਇਹ ਸਿੱਟ ਬਣੀ ਸੀ, ਸਿੱਟ ਪੌਣੇ 2 ਸਾਲ ਪਹਿਲਾਂ, ਉਸ ਸਿੱਟ ਤੋਂ ਇਹ 2-3 ਮਹੀਨਿਆਂ ਬਾਅਦ ਇਹ ਸਿੱਟ ਖਿੱਲਰ ਗਈ ਸੀ। ਤੁਹਾਨੂੰ ਯਾਦ ਹੋਣਾ ਕਿ ਇਹ ਪਬਲਿਕਲੀ ਬੇਸਿਕਲੀ ਇਹਨਾਂ ਦੇ ਵਿੱਚ ਡਿਫਰੈਂਸਿਸ ਆ ਗਏ ਸੀ। ਉਦੋਂ ਵੀ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਕਿਹਾ ਸੀ ਕਿ ਦੇਖੋ, ਡਿਫਰੈਂਸ ਆਫ ਓਪੀਨੀਅਨ ਹੋਣਾ ਇੱਕ ਗੱਲ ਹੈ, ਬਟ ਅਲਟੀਮੇਟ ਕਨਕਲੂਜਨ ਤੇ ਕੱਢਣਾ ਇੱਕ ਗੱਲ ਹੈਗੀ ਆ। ਲੇਕਿਨ ਉਹਨਾਂ ਇਸ ਸਿੱਟ ਬੇਸਿਕਲੀ ਉਹ ਸਿੱਟ ਜਿਹੜੀ ਆ ਇਕੱਠੀ ਨਹੀਂ ਰਹੀ, ਔਰ ਉਹ ਸਿੱਟ ਹੌਲੀ ਮੈਂ ਉਦੋਂ ਵੀ ਇੱਕੋ ਗੱਲ ਕਹੀ ਸੀ ਵੀ ਇਹ ਜੇ ਸਿੱਟ ਇਦਾਂ ਹੀ ਚੱਲੀ ਤਾਂ ਇਹਦੇ ਰਿਜ਼ਲਟ ਬਹੁਤੇ ਪੋਜ਼ਿਟਿਵ ਨਹੀਂ ਹੋਣੇ, ਕਿਉਂਕਿ ਅਲਟੀਮੇਟਲੀ ਇਸ ਇਨਵੈਸਟੀਗੇਸ਼ਨ ਦਾ ਜਦੋਂ ਇਹ ਅਲਟੀਮੇਟਲੀ ਕੋਰਟ ਦੇ ਵਿੱਚ ਗਈ ਤਾਂ ਉਹਦਾ ਫਰਕ ਪੈਣਾ ਹੈਗਾ। ਔਰ ਉਹ ਹੀ ਗੱਲ ਹੋਈ
ਕਿਉਂਕਿ ਜਿਹੜੀ ਇਹਦੀਆਂ 9 ਚਾਰ ਸ਼ੀਟਾਂ ਸੀਗੀਆਂ ਉਹ ਤਾਂ ਅੱਜ ਪੌਣੇ 2 ਸਾਲ ਪਹਿਲਾਂ ਦੇਤੀਆਂ। ਅੱਛਾ 10ਵੀਂ ਦੇ ਵਿੱਚ ਕੋਈ ਐਕਸਟਰਾ ਬੇਸਿਕਲੀ ਐਵੀਡੈਂਸ ਨਹੀਂ ਹੋਈ, ਜਿਹੜੀ 10ਵੀਂ ਦਿੱਤੀ ਹੈਗੀ ਆ ਜੋ ਕੋਰਟ ਦੇ ਚਾਰजेस ਹੈਗੇ ਆ, ਮੈਂ ਨਹੀਂ ਕਹਿੰਦਾ ਕੋਰਟ ਵੀ ਬਹੁਤ ਐਕਸਟਰਾ ਮਾਈਲ ਚਲੇ ਗਈ, ਜਿਹੜੇ ਕਿ ਪ੍ਰੇਅਰ ਮੰਗੀ ਵੀ ਨਹੀਂ ਗਈ ਸੀ ਉਹ ਵੀ ਦਿੱਤੀ ਗਈ। ਤੇ ਲੇਕਿਨ ਐਟ ਦਾ ਸੇਮ ਟਾਈਮ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਦੇ ਵਿੱਚ ਵੀ ਪ੍ਰੋਬਲਮ ਹੈਗੀ ਆ, ਇਨਵੈਸਟੀਗੇਸ਼ਨ ਵੀ ਫਾਲਟੀ ਹੈਗੀ ਆ, ਜਿਹਦੇ ਕਰਕੇ ਇਹ ਸਾਰੀਆਂ ਚੀਜ਼ਾਂ ਹੋਈਆਂ। ਇਹ ਬੇਸਿਕਲੀ ਤਾਂ ਕੁੰਵਰ ਵਿਜੇ ਪ੍ਰਤਾਪ ਦੱਸ ਸਕਦਾ ਵੀ ਹਾਂ ਵੀ ਇਹਨੇ ਇਹ ਕਿਸ ਤਰ੍ਹਾਂ ਕੀਤਾ ਹੈਗਾ, ਲੇਕਿਨ ਜਿਹੜੇ ਕੋਈ ਇਸ ਫੀਲਡ ਦੇ ਸਪੈਸ਼ਲਾਈਜ਼ਡ ਆਫੀਸਰ ਹੈਗੇ ਆ ਉਹ ਇਸ ਬੇਸਿਕਲੀ ਇਨਵੈਸਟੀਗੇਸ਼ਨ ਤੇ ਵੀ ਕਿੰਤੂ ਪਰੰਤੂ, ਪੋਲੀਟੀਕਲ ਬੰਦੇ ਦੀ ਮੈਂ ਗੱਲ ਨਹੀਂ ਕਰਦਾ, ਲੇਕਿਨ ਜਿਹੜੇ ਸਪੈਸ਼ਲਾਈਜ਼ਡ ਬੰਦੇ ਹੈਗੇ ਆ ਉਹ ਇਸ ਜਿਹੜੀ ਇਨਵੈਸਟੀਗੇਸ਼ਨ ਤੇ ਕਿੰਤੂ ਪਰੰਤੂ ਜ਼ਰੂਰ ਕਰਦੇ ਹੈਗੇ ਆ। ਸੋ ਫਿਰ ਇਹਦਾ ਮਤਲਬ ਕਿ ਜਿਹੜੇ ਇਲਜ਼ਾਮ ਲੱਗਦੇ ਨੇ ਕਿ ਉਹ ਕੈਪਟਨ ਬਾਦਲ ਨੂੰ ਬਚਾ ਰਿਹਾ, ਬਾਦਲ ਕੈਪਟਨ ਨੂੰ ਬਚਾ ਰਹੇ ਨੇ, ਕਿ ਉਹ ਫਿਰ ਕਿੰਨੇ ਕੁ ਸੱਚ ਨੇ, ਕਿੱਥੋਂ ਤੱਕ ਉਹਨਾਂ ਨੂੰ ਤੁਸੀਂ ਮੰਨਦੇ ਜੀ? ਜੇਕਰ ਇਨਵੈਸਟੀਗੇਸ਼ਨ ਟੀਮ ਦੀ ਆਪਾਂ ਗੱਲ ਕਰਦੇ ਕਿ ਥੋੜਾ ਜਿਹਾ ਮੈਂ ਜੇ ਤਾਂ ਮੈਂ ਕਹਾਂ ਬੀਇੰਗ ਏ ਬਿਊਰੋਕਰੈਟ, ਮੈਂ ਬਿਊਰੋਕਰੈਟ ਵੀ ਰਿਹਾ, ਜੇ ਤਾਂ ਮੈਂ ਉਸ ਐਂਗਲ ਨੂੰ ਕਹਾਂ ਫਿਰ ਤਾਂ ਤੁਸੀਂ ਜਦੋਂ ਜੇ ਤੁਸੀਂ ਉਹਦੇ ਵਿੱਚ ਹੈਗੇ ਆ ਤਾਂ ਫਿਰ ਤੁਹਾਨੂੰ ਆਪਣੇ ਮੁਤਾਬਕ ਫੇਰ ਕਰਨਾ ਚਾਹੀਦਾ, ਫਿਰ ਤੁਸੀਂ ਆਪਣੇ ਫਿਰ ਉਸ ਜ਼ਿੰਮੇਵਾਰੀ ਤੋਂ ਭੱਜੋ ਨਾ। ਫਿਰ ਜੇ ਤੁਸੀਂ ਉਦੋਂ ਨਹੀਂ ਕਰਦੇ ਤੇ ਬਾਅਦ ਜਾਣ ਕੇ ਕਹਿੰਦੇ ਆ ਵੀ ਸਾਨੂੰ ਫਲਾਣੇ ਬੰਦੇ ਨੇ ਆਹ ਕਹਿਤਾ, ਸਾਨੂੰ ਫਲਾਣੇ ਬੰਦੇ ਨੇ ਆਹ ਕਹਿਤਾ। ਮੇਰਾ ਆਖਰੀ ਸਵਾਲ, ਕਦੇ ਕੋਈ ਫੋਨ ਆਇਆ ਕੈਪਟਨ ਸਾਹਿਬ ਦਾ, ਕੈਪਟਨ ਸੰਦੀਪ ਸੰਧੂ ਦਾ ਜਾਂ ਕੈਪਟਨ ਦਾ? ਨਹੀਂ, ਉਹਦੇ ਤੋਂ ਬਾਅਦ ਤਾਂ ਕੋਈ ਮੇਰੇ ਨਾਲ ਗੱਲ ਨਹੀਂ ਹੋਈ। ਪਿਆਰ ਮੁਹੱਬਤ ਵਾਲਾ? ਨਹੀਂ, ਮੇਰਾ ਤਾਂ ਹਜੇ ਵੀ ਦੇਖੋ ਕੋਈ ਇਹੋ ਜਿਹਾ ਇਸ਼ੂ ਨਹੀਂ। ਦੇਖੋ ਮੈਂ ਥੋੜਾ ਜਿਹਾ ਮੇਰਾ ਡਿਫਰੈਂਟ ਥਾਟ ਪ੍ਰੋਸੈਸ ਹੈਗਾ। ਜੇ ਲੌਜੀਕਲੀ ਗੱਲ ਜਿਹੜੀ ਠੀਕ ਹੈਗੀ ਉਹ ਠੀਕ ਹੈਗੀ ਆ, ਹੋ ਸਕਦਾ ਕਿਸੇ ਟਾਈਮ ਦੇ ਉੱਤੇ ਉਹਨਾਂ ਦੇ ਜ਼ਿਹਨ ਦੇ ਵਿੱਚ ਕੋਈ ਗੱਲ ਹੋਵੇ, ਉਹ ਉਹਨਾਂ ਦੇ ਜ਼ਿਹਨ 'ਚ ਹੋ ਸਕਦੀ ਹੈ, ਮੇਰੇ ਜ਼ਿਹਨ 'ਚ ਤਾਂ ਨਹੀਂ ਹੁੰਦੀ, ਕਿਉਂਕਿ ਮੈਂ ਇੰਨਾ ਚਿਰ ਆਪਣੇ ਦਿਲ ਤੇ ਦਿਮਾਗ 'ਚ ਨਹੀਂ ਰੱਖਦਾ, ਆਪਣੇ ਆਪ ਨੂੰ ਇੰਨੀ ਤਕਲੀਫ ਦੇ ਨਹੀਂ ਮੈਂ ਮਹਿਸੂਸ ਕਰਦਾ, ਕਿਉਂਕਿ ਮੈਂ ਮਹਿਸੂਸ ਕਰਨਾ ਵੀ ਨਹੀਂ ਚਾਹੁੰਦਾ। ਜਿਹੜੀ ਗੱਲ ਹੈਗੀ ਉਹ ਕਹਿ ਦੇਣੀ ਆ, ਉਹਦੇ ਤੋਂ ਬਾਅਦ ਥੈਂਕ ਯੂ ਵੈਰੀ ਮੱਚ, ਉਹਦੀ ਪ੍ਰੋਬਲਮ ਹੈ, ਉਹਨਾਂ ਦੀ ਪ੍ਰੋਬਲਮ ਹੈ, ਮੇਰੀ ਤਾਂ ਪ੍ਰੋਬਲਮ ਨਹੀਂ ਹੈ। ਨਹੀਂ, ਮੇਰਾ ਐਕਚੁਅਲੀ ਪੁੱਛਣ ਦਾ ਸਵਾਲ ਸੀ ਕਿ ਸਭ ਤੋਂ ਪਹਿਲਾਂ ਤੁਸੀਂ ਆਵਾਜ਼ ਉਠਾਈ ਔਰ ਇੰਨਾ ਕੁਝ ਕੈਪਟਨ ਸਾਹਿਬ ਨੇ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ, ਜਿਹਨੂੰ ਨਹੀਂ ਵੀ ਬੁਲਾਉਣਾ ਉਹਨਾਂ ਨੂੰ ਵੀ ਬੁਲਾ ਕੇ ਕਿਸੇ ਨੂੰ ਨੌਕਰੀਆਂ ਦੇਤੀਆਂ, ਕਿਸੇ ਨੂੰ ਕੁਝ ਕਰ ਲਿਆ, ਬੜਾ ਕੁਝ ਇਹੋ ਜਿਹਾ ਵਾਪਰਿਆ। ਪਰ ਜਿਹੜੇ ਅਸਲ ਮੁੱਦੇ ਉਠਾਉਣ ਵਾਲੇ ਸੀ ਉਹਨਾਂ ਨੂੰ ਦੂਜੇ ਕੈਪਟਨ ਰਾਹੀਂ ਫੋਨ ਚਲਾ ਗਿਆ। ਤਾਂ ਹੁਣ ਕਹਿਣ ਦਾ ਸੀ ਕਿ ਕਿਸੇ ਸਟੇਜ ਤੇ ਇਦਾਂ ਲੱਗਦਾ ਕਿ ਆਪਸੀ ਮੇਲ ਜੋਲ ਕਿਤੇ ਚਾਹ ਦਾ ਕੱਪ ਜਾਂ ਕੋਈ ਫਲ ਛਲ ਕਿਤੇ ਖਾਧੇ ਜਾ ਸਕਦੇ ਨੇ ਇਕੱਠਿਆਂ ਮਿਲ ਕੇ। ਮੇਰਾ ਕੋਈ ਇਸ਼ੂ ਨਹੀਂ ਹੈਗਾ, ਮੇਰਾ ਹੋਰ ਕੋਈ ਪਰਸਨਲ ਕਿਸੇ ਨਾਲ ਕੋਈ ਰੌਲਾ ਹੀ ਨਹੀਂ ਹੈਗਾ। ਨਹੀਂ, ਕੋਈ ਫੋਨ ਨਹੀਂ ਆਇਆ? ਮੇਰੇ ਨਾਲ ਨਹੀਂ ਕੋਈ ਇਦਾਂ ਦੀ ਗੱਲ ਹੋਈ ਜੀ, ਪਰ ਵੈਸੇ ਕਦੀ ਹੁੰਦਾ ਵੀ ਨਹੀਂ ਹੈ, ਕਿਉਂਕਿ ਉਹ ਬਿਜ਼ੀ ਬੰਦੇ ਆ। ਕਿਉਂਕਿ ਦੇਖੋ ਚੀਫ ਮਿਨਿਸਟਰ ਕੋਲ ਕੰਮ ਬਹੁਤ ਹੁੰਦੇ, ਇਸ ਕਰਕੇ ਮੈਂ ਇਹ ਐਕਸਪੈਕਟ ਵੀ ਨਹੀਂ ਕਰਦਾ ਕਿ ਮੈਨੂੰ ਕੋਈ ਫੋਨ ਕਰੇ, ਜਾਂ ਮੈਂ ਇਦਾਂ ਦੀ ਥਾਟ ਪ੍ਰੋਸੈਸ ਨਹੀਂ ਹੈਗੀ। ਤੇ ਜੇ ਕਿਤੇ ਆ ਵੀ ਜਾਊਗੀ ਤਾਂ ਕੋਈ ਗੱਲ ਨਹੀਂ। ਮਤਲਬ ਫਿਰ ਤਿਆਰੀ 'ਚ ਹੋਗੇ, ਫਿਰ ਜੇ ਫੋਨ ਆ ਗਿਆ ਫਿਰ ਜਾਵਾਂਗੇ ਆਪਾਂ ਜ਼ਰੂਰ। ਨਹੀਂ, ਮੈਂ ਜਦੋਂ ਜਾਣਾ ਵੀ ਹੈ ਨਾ, ਮੈਂ ਕਹਿੰਦਾ ਉਹੀ ਗੱਲ ਆ ਜਿਹੜੀ ਨਹੀਂ ਹੁੰਦੀ ਆ, ਕਿਉਂਕਿ ਮੈਂ ਉਦੋਂ ਵੀ ਗਿਆ ਸੀ ਨਾ ਜਦੋਂ ਚਿੱਠੀ ਤੋਂ ਬਾਅਦ ਵੀ ਮੈਨੂੰ ਬੁਲਾਇਆ ਸੀ, ਮੈਨੂੰ 45 ਮਿੰਟ ਡਿਸਕਸ਼ਨ ਹੋਈ ਆ। ਮੈਂ ਬਾਹਰ ਆਣ ਕੇ ਫਿਰ ਉਹੀ ਗੱਲ ਕਹੀ ਆ, ਮੈਂ ਕਿਹਾ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਮੰਨੀ ਹੈਗੀ ਆ, ਬਟ ਹੀ ਸੈਡ ਕਿ ਇਹਨੂੰ ਜਲਦੀ ਤੋਂ ਜਲਦੀ ਰਿਜ਼ੋਲਵ ਕਰ ਲਾਂਗੇ। ਮੈਂ ਇਹ ਨਹੀਂ ਹੈ ਵੀ ਫੋਟੋ ਖਿਚਾਈ ਤੇ ਚਾਹ ਪੀਤੀ ਤੇ ਚਾਹ ਪੀ ਕੇ ਪੱਪੂ ਬਣ ਕੇ ਆ ਗਿਆ, ਮੇਰਾ ਉਹਨਾਂ ਚੋਂ ਨਹੀਂ। ਸੋ ਪ੍ਰਗਟ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਆਪਣਾ ਖੁੱਲ੍ਹ ਕੇ ਸਮਾਂ ਰੋਜ਼ਾਨਾ ਲੋਕ ਨਾਲ ਚੈਨਲ ਨਾਲ ਗੱਲਬਾਤ ਕੀਤੀ। ਤਾਂ ਇਹ ਸਨ ਸਰਦਾਰ ਪ੍ਰਗਟ ਸਿੰਘ ਜੀ, ਜਿਨ੍ਹਾਂ ਨੇ ਪੰਜਾਬ ਦੇ ਮੁੱਦਿਆਂ, ਪੰਜਾਬ ਦੀ ਕਾਂਗਰਸ ਵਜ਼ਾਰਤ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿ ਕੇ ਜਿਹੜੇ ਉਹਨਾਂ ਨੇ ਤਜਰਬੇ ਹਾਸਲ ਕੀਤੇ ਔਰ ਪੰਜਾਬ ਦੀ ਸਮੁੱਚੇ ਲੋਕ ਮੁੱਦਿਆਂ, ਲੋਕ ਹਿੱਤਾਂ ਵਾਸਤੇ ਕਿਸ ਤਰੀਕੇ ਨਾਲ ਉਹਨਾਂ ਕੋਲ ਇੱਕ ਸੋਚ ਹੈ, ਇੱਕ ਰੂਡ ਮੈਪ ਹੈ, ਉਹਨਾਂ ਨਾਲ ਖੁੱਲ੍ਹ ਕੇ ਗੱਲਬਾਤ ਹੋਈ। ਮੈਂ ਇੱਕ ਵਾਰ ਫਿਰ ਦੁਬਾਰਾ ਪ੍ਰਗਟ ਸਿੰਘ ਜੀ ਦਾ ਧੰਨਵਾਦ ਕਰਦਾ।